ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਵਿੱਚ ਤਕਰੀਬਨ ਜਦੋਂ ਵੀ ਕੋਈ ਵੀ ਅਪਡੇਟ ਆਉਂਦਾ ਤਾਂ ਉਹਦੇ ਰਿਗਾਰਡਿੰਗ ਅਸੀਂ ਸਾਰੇ ਗੱਲਬਾਤ ਜ਼ਰੂਰ ਕਰਦੇ ਹਾਂ। ਇਮੀਗ੍ਰੇਸ਼ਨ ਦੇ ਵਿੱਚ ਇਸ ਵੇਲੇ ਪੰਜਾਬ ਤੋਂ ਬਹੁਤ ਸਾਰੀਆਂ ਖਬਰਾਂ ਤੁਸੀਂ ਅਜਿਹੀਆਂ ਸੁਣੀਆਂ ਹੋਣਗੀਆਂ। ਸੋਸ਼ਲ ਮੀਡੀਆ ਤੇ ਵੀ ਨੋ ਡਾਊਟ ਤੁਹਾਨੂੰ ਕੋਈ ਨਾ ਕੋਈ ਲਿੰਕ ਤਾਂ ਅਜਿਹਾ ਮਿਲ ਹੀ ਗਿਆ ਹੋਏਗਾ, ਜਿਹਦੀ ਕਿ ਹੈਡਲਾਈਨ ਜਿਹੜੀ ਹੈ ਉਹ ਇਹ ਹੋਏਗੀ ਕਿ ਜਿੰਨੇ ਇਸ ਵੇਲੇ ਵਰਕ ਵੀਜ਼ਾ ਤੇ ਆਉਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਧੋਖਾਧੜੀ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ। ਯਾਨੀ ਕਿ LMIA, ਜਿਹਦੇ ਬਾਰੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਇਹ ਜਦੋਂ ਕਿਸੇ ਨੂੰ ਦੇਣੀ ਹੁੰਦੀ ਹੈ, ਯਾਨੀ ਕਿ ਜੌਬ ਦੇ ਲਈ ਹਾਇਰ ਕਰਨਾ ਹੁੰਦਾ ਹੈ, ਪਰ ਇਹ ਵੱਡੇ ਤੌਰ ਦੇ ਉੱਤੇ ਪਹਿਲਾਂ ਇਹਦਾ ਬਿਲਕੁਲ ਸਹੀ ਸਰਕਲ ਚੱਲਦਾ ਸੀ, ਕਿਉਂਕਿ ਇਹ ਕਾਮਿਆਂ ਨੂੰ ਕੰਮ ਦੇਣ ਦੇ ਲਈ ਜਿਹੜੀ ਹੈ ਇਹ ਸਹੂਲਤ ਪ੍ਰੋਵਾਈਡ ਕਰਵਾਈ ਗਈ ਸੀ। ਇਹ ਪ੍ਰੋਗਰਾਮ ਉਸ ਲਈ ਬਣਾਇਆ ਗਿਆ ਸੀ। ਪਰ ਹੁਣ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਬਹੁਤ ਸਾਰੇ ਘਪਲੇ ਦੇਖੇ ਜਾ ਰਹੇ ਨੇ। ਬਹੁਤ ਸਾਰੇ ਲੋਕਾਂ ਦੇ ਨਾਲ ਫਰਾਡ ਹੋ ਰਿਹਾ ਹੈ। ਇਹ ਸਕੈਮ ਕਿਉਂ ਹੋ ਰਿਹਾ ਹੈ? ਇਹ ਫਰਾਡ ਹੈ ਕੀ ਹੈ? ਕਿਵੇਂ ਦੇ ਲੋਕਾਂ ਨਾਲ ਹੋ ਰਿਹਾ ਤੇ ਇਹਦੇ ਰੀਜ਼ਨ ਕੀ ਹੈ? ਮੇਨ ਕਿਉਂ ਲੋਕ ਇਸ ਫਰੋਡ ਦੇ ਵਿੱਚ ਜ਼ਿਆਦਾਤਰ ਫਸ ਜਾਂਦੇ ਨੇ? ਇਸ ਸੰਬੰਧੀ ਅਸੀਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਜਿਹੜੇ ਨੇ ਉਹ ਰੰਧਾਵਾ ਕੰਸਲਟੈਂਸੀ ਤੋਂ ਸਾਡੇ ਨਾਲ ਸੋਮਨ ਕੁਮਾਰ ਜੁੜੇ ਹੋਏ ਨੇ। ਸੋਮਨ ਜਿਹੜੇ ਨੇ ਕਿ ਬਹੁਤ ਸਾਰੇ ਬੱਚਿਆਂ ਨੂੰ ਉਹ ਟੀਚ ਕਰਦੇ ਨੇ। ਉਹਨਾਂ ਦੇ ਆਈਲਟਸ ਇੰਸਟੀਚਿਊਟ ਹੈਗੇ ਨੇ ਬਹੁਤ ਥਾਵਾਂ ਦੇ ਉੱਤੇ ਪੰਜਾਬ ਤੇ, ਜਿਨ੍ਹਾਂ ਨੇ ਖੁਦ ਇਸ ਤਸਵੀਰ ਨੂੰ ਬਿਆਨ ਕੀਤਾ ਕਿ ਇਸ ਵੇਲੇ ਵੱਡੇ ਲੈਵਲ ਦੇ ਉੱਤੇ LMIA ਦੇ ਨਾਂ ਦੇ ਉੱਤੇ ਘਪਲੇ ਜਿਹੜੇ ਨੇ ਉਹ ਹੋ ਰਹੇ ਨੇ। ਸੁਮਨ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਦੇ ਹਾਂ। ਸੁਮਨ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਜੀ ਸੁਮਨ, ਮੇਰੀ ਆਵਾਜ਼? ਜੀ ਸਤਿ ਸ਼੍ਰੀ ਅਕਾਲ ਜੀ। ਸੁਮਨ, ਸਭ ਤੋਂ ਵੱਡੀ ਗੱਲ ਹੈ ਮੇਨ ਜਿਹਦੇ ਉੱਤੇ ਅਸੀਂ ਇਸ ਟੌਪਿਕ ਦੇ ਉੱਤੇ ਬਾਰ-ਬਾਰ ਜਿਹੜੀ ਹੈ ਗੱਲ ਵੀ ਕਰਦੇ ਰਹਿੰਦੇ ਹਾਂ। ਸੁਮਨ, ਇਸ ਵੇਲੇ ਘਪਲਿਆਂ ਦੀ ਗੱਲ ਅਸੀਂ ਬਹੁਤ ਸਾਰੀ ਸੁਣੀ ਹੈ ਕਿ LMI ਦੇ ਨਾਂ ਦੇ ਉੱਤੇ ਬਹੁਤ ਸਾਰੇ ਫਰਾਡ ਹੋ ਰਹੇ ਨੇ। ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਕਿ ਇਸ ਕਹਿ ਲਓ ਕਿ ਇਸ ਦਾ ਸ਼ਿਕਾਰ ਹੋ ਰਹੇ ਨੇ ਜਾਂ ਇਸ ਝਾਂਸੇ ਦੇ ਵਿੱਚ ਆ ਜਾਂਦੇ ਨੇ। ਕਿਉਂਕਿ ਜਦੋਂ ਵੀ ਕਿਸੇ ਨੇ ਵਿਦੇਸ਼ ਆਉਣਾ ਹੁੰਦਾ ਹੈ, ਚਾਹੇ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਆਸਟ੍ਰੇਲੀਆ, UK, ਕਿਸੇ ਵੀ ਥਾਂ ਦੇ ਉੱਤੇ, ਤਾਂ ਉਸ ਟਾਈਮ ਦੇ ਉੱਤੇ ਸ਼ਾਇਦ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ। ਉਹਨਾਂ ਨੂੰ ਲੱਗਦਾ ਕਿ ਹਰ ਚੀਜ਼ ਸਾਫ਼ ਸੁਥਰੀ ਹੈ, ਉਹ ਸਾਨੂੰ ਪ੍ਰੋਵਾਈਡ ਹੋ ਰਹੀ ਹੈ ਤੇ ਇਹ ਚੀਜ਼ ਵਧੀਆ ਹੈ, ਕਿਉਂਕਿ ਬਾਹਰ ਹਰ ਕੋਈ ਆਉਣਾ ਚਾਹੁੰਦਾ ਹੈ। ਮੈਂ ਇਸ ਘਪਲੇ ਦੇ ਵਿੱਚ ਜ਼ਰੂਰ ਇਸ ਸੰਬੰਧੀ ਤੁਹਾਡੇ ਤੋਂ ਜਾਣਕਾਰੀ ਜਾਣਨਾ ਚਾਹਾਂਗੀ, ਪਰ ਇਸ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਿਹੜੀ ਇਹ LMIA ਇਹ ਹੁੰਦੀ ਕੀ ਹੈ? LMIA is ਜਿਸ ਨੂੰ ਕਹਿ ਸਕਦੇ ਹੋ ਇਟਸ ਏ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਜਿਹੜੀ ਕਿ ਕੈਨੇਡੀਅਨ ਗਵਰਨਮੈਂਟ ਦਿੰਦੀ ਹੈ। ਕਿ ਅਗਰ ਆਪਾਂ ਉਹਦੀ ਗੱਲ ਕਰੀਏ ਕਿ LMIA ਹੁੰਦੀ ਕੀ ਹੈ, ਕਿ LMIA ਕਿਉਂ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ ਕਿ ਕੋਈ ਕੈਨੇਡਾ ਦੇ ਵਿੱਚ IT ਫਰਮ ਹੈ। ਹਾਂਜੀ, IT ਫਰਮ ਨੂੰ ਕੋਈ ਇੱਕ ਬੰਦਾ ਚਾਹੀਦਾ ਹੈ ਕਿ ਜਿਹੜਾ ਉਹਨੂੰ ਉੱਥੋਂ ਕੈਨੇਡਾ ਦੇ ਵਿੱਚੋਂ ਨਹੀਂ ਮਿਲ ਪਾ ਰਿਹਾ, ਉਹਦੇ ਕੋਲੋਂ ਪੋਸਟ ਖਾਲੀ ਪਈ ਹੈ। ਉਹ ਕੰਪਨੀ ਇੱਕ ਸਭ ਤੋਂ ਪਹਿਲਾਂ ਲੋਕਲ ਨਿਊਜ਼ਪੇਪਰ ਦੇ ਵਿੱਚ ਐਡ ਕੱਢੇਗੀ ਕਿ ਮੈਨੂੰ ਇਹ ਮੇਰੀ ਪੋਸਟ ਖਾਲੀ ਪਈ ਹੈ, ਮੈਨੂੰ ਇਹਦੇ ਲਈ ਇੱਕ ਬੰਦਾ ਚਾਹੀਦਾ ਹੈ। ਉਹਦੇ ਲਈ ਉਹਨੂੰ ਇੱਕ ਇੰਟਰਵਿਊਜ਼ ਕਰਨੀਆਂ ਪੈਣਗੀਆਂ, ਐਡ ਕੱਢਣੀਆਂ ਪੈਣਗੀਆਂ। ਜਦੋਂ ਉਹਨੂੰ ਸੂਟੇਬਲ ਬੰਦਾ ਉੱਥੋਂ ਕੈਨੇਡਾ ਦੇ ਵਿੱਚੋਂ ਨਹੀਂ ਮਿਲ ਪਾਉਂਦਾ, ਕਿਸੇ ਵੀ ਰੀਜ਼ਨਸ ਕਰਕੇ ਉਹਨੂੰ ਬੰਦਾ ਉੱਥੋਂ ਨਹੀਂ ਮਿਲ ਪਾਉਂਦਾ, ਤੇ ਉਹ ਇੱਕ ਇੰਟਰਵਿਊਜ਼ ਦੇ ਜ਼ਰੀਏ ਇੰਡੀਆ ਤੋਂ ਇੱਕ ਬੰਦਾ ਦੇਖਦਾ ਕਿ ਇਹ ਬੰਦਾ ਮੇਰੇ ਲਈ ਠੀਕ ਹੈ, ਜਿਹੜੀ ਜੌਬ ਮੈਂ ਕੱਢੀ ਉਹਦੇ ਲਈ ਬੰਦਾ ਠੀਕ ਹੈ। ਉਹਦੇ ਡਾਕੂਮੈਂਟੇਸ਼ਨ ਫਿਲ ਕਰਕੇ ਉਹ ਕੈਨੇਡੀਅਨ ਗਵਰਨਮੈਂਟ ਦੇ ਵਿੱਚ ESTC ਗਵਰਨਮੈਂਟ ਬੋਡੀ ਹੈ ਕੈਨੇਡਾ ਦੇ ਵਿੱਚ, ਇੰਪਲੋਇਮੈਂਟ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੀ ਬੋਡੀ ਹੈ। ਉਹਦੇ ਵਿੱਚੋਂ ਪੇਪਰ ਸਬਮਿਟ ਕਰਦਾ ਉਹਦੇ ਕਿ ਮੈਨੂੰ ਕੈਨੇਡਾ ਦੇ ਵਿੱਚ ਮੈਂ ਫਾਈਂਡ ਆਊਟ ਕਰਿਆ ਮੈਨੂੰ ਕੈਨੇਡਾ ਦੇ ਵਿੱਚ ਬੰਦਾ ਨਹੀਂ ਮਿਲਿਆ ਜੀ, ਤੇ ਇਹ ਮੇਰੇ ਪ੍ਰੂਫ ਨੇ, ਇਸ ਕਰਕੇ ਮੈਂ ਇੰਡੀਆ ਤੋਂ ਬੰਦਾ ਬੁਲਾਉਣਾ ਚਾਹਨਾ ਹੈ। ਤੇ ਉਹ ਬੰਦਾ ਇੰਡੀਆ ਤੋਂ ਬੁਲਾਉਂਦੇ ਉਸ ਪੇਪਰ ਨੂੰ ਜਦੋਂ ਪ੍ਰੂਫ ਕੀਤਾ ਜਾਂਦਾ ਉਹਨੂੰ LMIA ਕਿਹਾ ਜਾਂਦਾ ਜੀ। ਜਦੋਂ ਸੁਮਨ LMIA ਜਦੋਂ ਵੀ ਕਿਸੇ ਨੂੰ ਦੇਣੀ ਹੁੰਦੀ ਹੈ, ਇਹਦੇ ਅਪਰੂਵ ਜਿਹੜੇ ਹੁੰਦੇ ਆ, ਅਪਰੂਵ ਦੇ ਪਹਿਲੂ ਕਿਹੜੇ ਕਿਹੜੇ ਹੁੰਦੇ ਨੇ? ਕਿਵੇਂ ਇਹ ਅਪਰੂਵ ਹੁੰਦੀ ਹੈ? ਐਂਡ ਮੇਨ ਚੀਜ਼ ਕਿ ਇਹਨੂੰ ਪੁਖਤਾ ਤੌਰ ਦੇ ਉੱਤੇ ਮੰਨਿਆ ਜਾਏ ਵੀ ਇਹ ਸਰਟੀਫਾਈਡ ਹੈ ਔਰ ਇਹਦੇ ਵਿੱਚ ਸਾਰੀਆਂ ਚੀਜ਼ਾਂ, ਕੋਈ ਵੀ ਕਿਸੇ ਤਰ੍ਹਾਂ ਦਾ ਫਰਾਡ ਨਹੀਂ। ਇਹਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ? ਦੇਖੋ, ਐਸੀ ਪਹਿਚਾਣ ਜਿਹੜੀ ਕੀਤੀ ਜਾ ਸਕਦੀ ਹੈ, ਇੱਕ ਤਾਂ ਥਰੂ ਆਊਟ ਆਪਾਂ ਇਹਦੀ ਪਹਿਚਾਣ ਵੈਬਸਾਈਟਸ ਕੰਪਨੀਆਂ ਦੀਆਂ ਹੁੰਦੀਆਂ ਨੇ, ਟੈਲੀਫੋਨ ਨੰਬਰਸ ਕੰਪਨੀਆਂ ਦੇ ਉੱਤੇ ਹੁੰਦੇ ਆ, ਗੂਗਲ ਦੇ ਉੱਤੇ ਆਪਾਂ ਜਾ ਕੇ ਚੈੱਕ ਕਰ ਸਕਦੇ ਹਾਂ। ਜਦੋਂ ਇੱਕ LMIA ਇੱਥੇ ਪੰਜਾਬ ਦੇ ਵਿੱਚ ਮਿਲਦੀ ਹੈ, ਉਹ LMIA ਦੇ ਕਈ ਰੂਪ ਨੇ ਦੇਖਣ ਨੂੰ ਮਿਲਦੇ ਨੇ, ਬਟ ਉਹਨਾਂ ਦੇ ਵਿੱਚੋਂ 99% LMIA ਜੀ। ਸੁਮਨ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ ਜੀ? ਸੋ ਮੇਬੀ ਨੈਟਵਰਕ ਪ੍ਰੋਬਲਮ ਦੇ ਕਰਕੇ ਸੁਮਨ ਦੀ ਆਵਾਜ਼ ਸਾਡੇ ਤੱਕ ਪਹੁੰਚ ਨਹੀਂ ਪਾ ਰਹੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਸੁਮਨ ਨੂੰ ਅਸੀਂ ਫਿਰ ਤੋਂ ਆਪਣੇ ਨਾਲ ਜੋੜ ਸਕੀਏ, ਬੇਸ਼ੱਕ ਆਡੀਓ ਦੇ ਉੱਤੇ ਅਸੀਂ ਇਹਨਾਂ ਨੂੰ ਲੈ ਸਕੀਏ ਤੇ ਇਸ ਸੰਬੰਧੀ ਜਿਹੜੀ ਵਿਸਥਾਰ ਦੇ ਨਾਲ ਜਾਣਕਾਰੀ ਹੈ ਉਹ ਹਾਸਲ ਜ਼ਰੂਰ ਕਰ ਸਕੇ। ਸੁਮਨ, ਮੇਰੀ ਆਵਾਜ਼ ਤੁਹਾਡੇ ਤੱਕ ਕੰਪਲੀਟ ਪਹੁੰਚ ਰਹੀ ਹੈ? ਹਾਂਜੀ, ਆ ਰਹੀ ਹੈ ਜੀ। ਜੀ ਸੁਮਨ, ਬਿਲਕੁਲ ਅਸੀਂ ਗੱਲ ਕਰ ਰਹੇ ਸੀ ਵੀ ਇਹਦੇ ਪਹਿਲੂ ਹੈ, ਕਿਵੇਂ ਇਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ, ਐਂਡ ਨਾਲ ਦੀ ਨਾਲ ਕੈਟੇਗਰੀ ਜਿਹੜੀ ਹੈ ਉਹ ਕਿਵੇਂ ਦੀ ਕੈਟੇਗਰੀ ਹੈ ਇਸ ਜ਼ਿਆਦਾਤਰ ਅਪਰੋਚ ਕੀਤੀ ਜਾਂਦੀ ਹੈ ਇਸ LMIA ਲਈ?
ਦੇਖੋ ਐਲਐਮਆਈਜ਼ ਲਈ ਕਾਫੀ ਕੈਟਾਗਰੀਜ਼ ਨੇ ਇਹਨਾਂ ਦੀਆਂ ਕਿ ਕੋਈ ਹੂੰ ਕਾਰਪੈਂਟਰ ਹੈ, ਵੈਲਡਰ ਹੈ, ਪਲੰਬਰ ਹੈ, ਇਲੈਕਟ੍ਰੀਸ਼ੀਅਨ ਹੈ, ਕੋਈ ਟਰੱਕ ਡਰਾਈਵਰ ਵੀ ਤੁਸੀਂ ਕਹਿ ਸਕਦੇ ਹੋ ਇਸ ਨੂੰ, ਠੀਕ ਹੈ ਨਾ ਜੀ। ਹੂੰ ਤੇ ਇਹਦੇ ਵਿੱਚ ਜਿਹੜੀ ਐਲਐਮਆਈ ਹੈਗੀ ਹੈ, ਬੇਸਿਕਲੀ ਅਗਰ ਐਲਐਮਆਈ ਕਿਸੇ ਬੰਦੇ ਨੂੰ ਕੈਨੇਡੀਅਨ ਇੰਪਲੋਇਰ ਅਗਰ ਦਿੰਦਾ ਹੈ ਤਾਂ ਅਗਰ ਉਹ ਹੂੰ ਕਿਸੇ ਇੱਕ ਪਾਰਟਿਕੂਲਰ ਸਟਰੀਮ ਦੇ ਵਿੱਚ ਅਗਰ ਉਹਨੂੰ ਦੇ ਰਿਹਾ ਕਿ ਕਾਰਪੈਂਟਰ ਦੀ ਉਹਨੂੰ ਲੋੜ ਹੈ, ਉਹਨੇ ਹੂੰ ਕੈਨੇਡੀਅਨ ਗਵਰਨਮੈਂਟ ਨੂੰ ਸ਼ੋਅ ਕਰਿਆ ਕਿ ਮੈਨੂੰ ਇੱਥੇ ਕਾਰਪੈਂਟਰ ਨਹੀਂ ਮਿਲ ਪਾਇਆ, ਮੈਂ ਇਸ ਕਰਕੇ ਇੰਡੀਆ ਤੋਂ ਬੁਲਾ ਰਿਹਾ, ਔਰ ਹੂੰ ਗਵਰਨਮੈਂਟ ਉਹਨੂੰ ਨੈਚੁਰਲੀ ਉਹਨੂੰ ਵੈਰੀਫਾਈ ਕਰਦੀ ਹੈ ਕਿ ਇਹਨੂੰ ਕੈਨੇਡਾ ਦੇ ਵਿੱਚੋਂ ਬੰਦਾ ਕਿਉਂ ਨਹੀਂ ਮਿਲ ਪਾਇਆ। ਹਾਂਜੀ ਜਦੋਂ ਗਵਰਨਮੈਂਟ ਨੂੰ ਈਐਸਡੀਸੀ ਗਵਰਨਮੈਂਟ ਨੂੰ ਇਹ ਕਲੀਅਰ ਕੱਟ ਹੁੰਦਾ ਕਿ ਇਹਨੂੰ ਬੰਦਾ ਕੈਨੇਡਾ ਦੇ ਵਿੱਚੋਂ ਨਹੀਂ ਮਿਲਿਆ, ਉਹਦੀ ਵੈਰੀਫਾਈ ਹੂੰ ਕਰਕੇ ਇੰਪਲੋਇਰ ਦੀ ਵੈਰੀਫਾਈ ਕਰਨ ਤੋਂ ਬਾਅਦ ਉਹ ਐਲਐਮਆਈ ਦਾ ਪੇਪਰ ਦਿੱਤਾ ਜਾਂਦਾ। ਔਰ ਜਿਸ ਕੈਂਡੀਡੇਟ ਨੂੰ ਐਜ਼ ਅ ਕਾਰਪੈਂਟਰ ਜਾਂ ਵੈਲਡਰ ਉਹ ਪੇਪਰ ਮਿਲਦਾ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ ਉਹਨੂੰ ਹੂੰ ਉਸੇ ਹੀ ਜੌਬ ਦੇ ਵਿੱਚ ਉੱਥੇ ਜਾ ਕੇ ਕੰਮ ਕਰਨਾ ਪੈਂਦਾ। ਬਿਲਕੁਲ ਹਾਂ। ਔਰ ਇਹ ਕਿੰਨੇ ਟਾਈਪ ਦੇ ਹੁੰਦੀ ਆ, ਕਿੰਨੀਆਂ ਕਿਸਮਾਂ ਹੁੰਦੀਆਂ ਨੇ ਇਹਦੀਆਂ? ਇਹਦੀ ਐਲਐਮਆਈ ਦੀ ਕਾਫੀ ਕਿਸਮਾਂ ਹੈਗੀਆਂ ਨੇ ਜੀ। ਅਗਰ ਬੇਸਿਕਲੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਓਪਨ ਵਰਕ ਪਰਮਿਟ ਕਿਹਾ ਜਾਂਦਾ ਹੈ। ਹੂੰ ਐਲਐਮਆਈਜ਼ ਬੇਸਿਕਲੀ 8 ਟਾਈਪਸ ਦੀ ਐਲਐਮਆਈਜ਼ ਹੁੰਦੀਆਂ ਨੇ, ਅਲੱਗ-ਅਲੱਗ ਸਟਰੀਮਸ ਦੀਆਂ ਅਲੱਗ-ਅਲੱਗ ਐਲਐਮਆਈਜ਼ ਨੇ। ਹੂੰ ਬੇਸਿਕਲੀ ਇੱਕ ਓਪਨ ਵਰਕ ਪਰਮਿਟ ਕਿਹਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਕਿ ਅਸੀਂ ਓਪਨ ਵਰਕ ਪਰਮਿਟ ਦੇ ਉੱਤੇ ਤੁਹਾਨੂੰ ਭੇਜ ਦਿਆਂਗੇ, ਤੁਸੀਂ ਉੱਥੇ ਜਾ ਕੇ ਹੂੰ ਕੋਈ ਵੀ ਕੰਮ ਕਰ ਸਕਦੇ ਹੋ ਜਾਂ ਕੁਝ ਵੀ ਹੈ, ਬਟ ਇਸ ਤਰ੍ਹਾਂ ਨਹੀਂ ਹੋ ਜਾਂਦਾ ਕਿਉਂਕਿ ਹੂੰ ਓਪਨ ਵਰਕ ਪਰਮਿਟ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਹੈ। ਜਿੱਦਾਂ ਕੋਈ ਸਟੂਡੈਂਟ ਹੈ ਅਗਰ ਉਹ ਆਪਣੀ ਸਟੱਡੀ ਕੰਪਲੀਟ ਕਰਕੇ ਨਿਕਲਿਆ, ਹੂੰ ਉਸ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਂਦਾ ਕਿ ਤੁਸੀਂ ਜੌਬ ਜਿੱਥੇ ਮਰਜ਼ੀ ਕਰ ਲਓ, ਜੋ ਮਰਜ਼ੀ ਜੌਬ ਕਰ ਲਓ। ਹੂੰ ਇੱਕ ਸਪਾਊਸਲ ਵੀਜ਼ਾ ਦੇ ਉੱਤੇ ਕੋਈ ਬੰਦਾ ਉੱਥੇ ਆਇਆ ਹੈ, ਉਹਦੇ ਜੀ ਸਪਾਊਸਲ ਨੇ ਉਹਨੂੰ ਉੱਥੇ ਸੱਦਿਆ ਹੈ, ਤਾਂ ਉਹ ਬੰਦੇ ਲਈ ਓਪਨ ਵਰਕ ਪਰਮਿਟ ਹੈ, ਕੋਈ ਵੀ ਕੰਮ ਕਰ ਸਕਦਾ ਹੈ। ਜਾਂ ਕੋਈ ਹੂੰ ਬੰਦਾ ਕੋਈ ਕੈਨੇਡਾ ਦੇ ਵਿੱਚ ਹੈ ਜਿਹਨੇ ਰਿਫਿਊਜੀ ਕੇਸ ਪਾਇਆ ਹੋਇਆ ਸੀਗਾ, ਹੂੰ ਉਸ ਨੂੰ ਪਰਮਿਸ਼ਨ ਮਿਲਦੀ ਹੈ ਕਿ ਉਹ ਓਪਨ ਵਰਕ ਪਰਮਿਟ ਦੇ ਉੱਤੇ ਕੰਮ ਕਰ ਸਕਦਾ ਹੈ। ਅਗਰ ਬੇਸਿਕਲੀ ਐਲਐਮਆਈ ਦੀ ਗੱਲ ਕਰੀਏ ਕਿ ਹਾਂ ਐਲਐਮਆਈ ਤੋਂ ਜਿਹੜਾ ਬੰਦਾ ਉੱਥੇ ਕੈਨੇਡਾ ਦੇ ਵਿੱਚ ਪਹੁੰਚਿਆ, ਹੂੰ ਤਾਂ ਅਗਰ ਉਹ ਕਾਰਪੈਂਟਰ 'ਚ ਪਹੁੰਚਿਆ ਤਾਂ ਉਹਨੂੰ ਕਾਰਪੈਂਟਰ ਦਾ ਕੰਮ ਕਰਨਾ ਪਏਗਾ, ਅਗਰ ਉਹ ਵੈਲਡਰ 'ਚ ਪਹੁੰਚਿਆ ਤਾਂ ਉਹਨੂੰ ਵੈਲਡਰ ਦਾ ਕੰਮ ਕਰਨਾ ਪਏਗਾ। ਹੂੰ ਜੀ। ਹੁਣ ਸੁਮਨ ਉਸ ਟੌਪਿਕ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਸੁਰਖੀਆਂ ਨੇ, ਜਿਹੜੀਆਂ ਸਭ ਤੋਂ ਵੱਡੀ ਹੈਡਲਾਈਨਸ ਜਿਹੜੀਆਂ ਨੇ ਉਹ ਬਣ ਰਹੀਆਂ ਨੇ, ਸਕੈਮ ਦੇ ਵਿੱਚ। ਹੁਣ ਜਦੋਂ ਵੀ ਕੋਈ ਐਲਐਮਆਈਏ ਕਿਸੇ ਨੂੰ ਅਪਰੂਵ ਕੀਤੀ ਜਾ ਰਹੀ ਹੈ, ਪੰਜਾਬ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਇੰਸਟੀਚਿਊਟ ਚਲਾ ਰਹੇ ਹੋ, ਬਹੁਤ ਸਾਰੇ ਤੁਹਾਡੇ ਕੋਲ ਬੱਚੇ ਆਉਂਦੇ ਨੇ, ਤੁਸੀਂ ਇਹਦੀ ਹਰ ਚੀਜ਼ ਦੀ ਪਛਾਣ ਜਿਹੜੀ ਹੈ ਬਖੂਬੀ ਕਰ ਸਕਦੇ ਹੋ। ਕਿਸ ਤਰ੍ਹਾਂ ਦਾ ਸਕੈਮ ਹੈ ਜਿਹੜਾ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੇ ਕਿਵੇਂ ਸਕੈਮ ਹੋ ਰਹੇ ਨੇ? ਸਭ ਤੋਂ ਜ਼ਿਆਦਾ ਸਕੈਮ ਐਲਐਮਆਈ ਦੇ ਵਿੱਚ ਹੀ ਦੇਖਣ ਨੂੰ ਜ਼ਿਆਦਾ ਮਿਲ ਰਹੇ ਹਨ। ਮੇਰੇ ਹੂੰ ਕੋਲ ਕਾਫੀ ਕਲਾਇੰਟਸ ਆਉਂਦੇ ਨੇ ਪੇਪਰ ਲੈ ਕੇ ਆਪਣੇ ਕਿ ਸਰ ਹਾਂ ਇਹ ਐਲਐਮਆਈ ਦਾ ਪੇਪਰ ਹੈ, ਕਿ ਤੁਸੀਂ ਇਹਨੂੰ ਪਲੀਜ਼ ਚੈੱਕ ਕਰ ਸਕਦੇ ਹੋ, ਰੈਕਟੀਫਾਈ ਕਰ ਸਕਦੇ ਹੋ ਕਿ ਇਹ ਜੈਨੂਇਨ ਹੈ ਕਿ ਫੇਕ ਹੈ। ਹੂੰ ਕਿਉਂਕਿ ਐਕਚੁਅਲੀ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ, ਇੱਕ ਹੂੰ ਵੈਬਸਾਈਟ ਡਿਵੈਲਪ ਕਰ ਲਿੱਤੀ ਜਾਂਦੀ ਹੈ, ਡੋਮੇਨ ਇੱਕ 500 600 ਹਜ਼ਾਰ ਰੁਪਏ ਚ ਡੋਮੇਨ ਮਿਲ ਜਾਂਦਾ ਹੈ। ਉਹ ਕੀ ਹੂੰ ਕਰਦੇ ਨੇ, ਉਹ ਡੋਮੇਨ ਦੇ ਵਿੱਚ ਇੱਕ ਕੈਨੇਡਾ ਦੀ ਫਰਮ ਬਣਾ ਦਿੰਦੇ ਨੇ, ਉਹਦਾ ਨਾਮ ਰੱਖ ਦਿੰਦੇ ਨੇ, ਉਹਦਾ ਐਡਰੈਸ ਲਗਾ ਦਿੰਦੇ ਨੇ, ਈਮੇਲ ਲਗਾ ਦਿੰਦੇ ਨੇ, ਫੋਨ ਨੰਬਰ ਲਗਾ ਦਿੰਦੇ ਨੇ। ਜੀ ਜਦੋਂ ਕਲਾਇੰਟ ਨੂੰ ਜਿਹੜੀ ਐਲਐਮਆਈ ਦਿੰਦੇ ਨੇ ਉਹਦੇ ਉੱਤੇ ਉਹੀ ਸਭ ਕੁਝ ਮੈਂਸ਼ਨ ਹੁੰਦਾ ਹੈ। ਹੂੰ ਹੂੰ ਅਗਰ ਕਲਾਇੰਟ ਉਹ ਵੈਬਸਾਈਟ ਦੇ ਉੱਤੇ ਜਾ ਕੇ ਦੇਖਦਾ ਤਾਂ ਉਹਨੂੰ ਜੈਨੂਇਨ ਲੱਗਦੀ ਹੈ, ਬਟ ਹੂੰ ਉਹ ਜੈਨੂਇਨ ਹੁੰਦੀ ਨਹੀਂ ਹੈ। ਹੂੰ ਓਕੇ। ਤੇ ਕਿਵੇਂ ਪਛਾਣ ਕੀਤੀ ਜਾ ਸਕਦੀ? ਹੁਣ ਸੁਮਨ, ਜਿਹੜੇ ਤਾਂ ਲੋਕ ਤੁਹਾਡੇ ਕੋਲ ਆ ਗਏ, ਚਲੋ ਲੈਟਸ ਸੇ ਕਿ ਤੁਸੀਂ ਪਛਾਣ ਕਰ ਦਿੱਤੀ, ਜਿਹੜੇ ਲੋਕ ਹੈ ਕਈ ਵਾਰੀ ਕੰਸਲਟੈਂਟਸ ਹੀ ਉਹਨਾਂ ਨੂੰ ਇਦਾਂ ਦਾ ਗੁੰਮਰਾਹ ਕਰ ਦਿੰਦੇ ਨੇ, ਪੈਸੇ ਦਾ ਲੈਣ ਦੇਣ ਇੰਨਾ ਚੱਲਦਾ ਰਹਿੰਦਾ ਹੈ, ਇਸ ਚੀਜ਼ ਦੀ ਆਮ ਲੋਕ ਹੈ ਉਹ ਪਛਾਣ ਕਿਵੇਂ ਕਰ ਸਕਦੇ ਨੇ ਕਿ ਇਹ ਸਹੀ ਹੈ ਜਾਂ ਗਲਤ ਹੈਗੀ ਹੈ? ਬੇਸਿਕਲੀ ਮੈਂ ਤੁਹਾਨੂੰ ਕੁਝ ਰੀਜ਼ਨਸ ਦੱਸਦਾ ਕਿ ਹੂੰ ਐਲਐਮਆਈ ਦੇ ਉੱਤੇ ਕਦੀ ਵੀ ਇਹ ਮੈਂਸ਼ਨ ਨਹੀਂ ਹੋਏਗਾ ਕਿ ਕੰਪਨੀ ਤੁਹਾਨੂੰ ਉੱਥੇ ਅਕਮੋਡੇਸ਼ਨ ਦੇ ਰਹੀ ਹੈ, ਤੁਹਾਨੂੰ ਹੂੰ ਫੂਡ ਦੇ ਰਹੀ ਹੈ, ਤੁਹਾਨੂੰ ਘਰ ਦੇ ਰਹੀ ਹੈ। ਇਹ ਹੂੰ ਐਲਐਮਆਈ ਦੇ ਉੱਤੇ ਅਗਰ ਇਹ ਚੀਜ਼ਾਂ ਮੈਂਸ਼ਨ ਨੇ ਤਾਂ ਐਲਐਮਆਈ ਇੱਕ ਫੇਕ ਹੈ। ਹੂੰ ਅਗਰ ਉਸ ਐਲਐਮਆਈ ਦੇ ਉੱਤੇ ਲਿਖਿਆ ਹੋਇਆ ਹੈ ਕਿ ਤੁਹਾਨੂੰ $10,000 ਜਾਂ $12,000 ਮਹੀਨੇ ਦਾ ਹੂੰ ਮਿਲੇਗਾ ਤਾਂ ਵੀ ਉਹ ਐਲਐਮਆਈ ਫੇਕ ਹੈ। ਹੂੰ ਜਿਹੜੀਆਂ ਜੈਨੂਇਨ ਐਲਐਮਆਈਜ਼ ਨੇ, ਅਗਰ ਤੁਸੀਂ ਉਹਨਾਂ ਨੂੰ ਰੈਕਟੀਫਾਈ ਕਰਨਾ ਚਾਹੁੰਦੇ ਹੋ, ਅਗਰ ਉਹਦੀ ਸਹੀ ਪੜਤਾਲ ਤੁਸੀਂ ਕਰਨਾ ਚਾਹੁੰਦੇ ਹੋ, ਹੂੰ ਤੁਸੀਂ ਸਰਚ ਕਰੋ ਬਕਾਇਦਾ ਗੂਗਲ ਦੇ ਉੱਤੇ ਕਿ ਇਹ ਫਰਮ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀ ਹੈ, ਇਹ ਹੈ ਉੱਥੇ ਵਾਕਈ, ਉਹਦੇ ਆਲੇ ਹੂੰ ਦੁਆਲੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਵਾਕਈ ਫਰਮ ਉੱਥੇ ਹੈ। ਹੂੰ ਔਰ ਕਈ ਵਾਰੀ ਏਜੰਟਸ ਇਹੋ ਜਿਹੇ ਦਿਖਾਵੇ ਦਿਖਾ ਦਿੰਦੇ ਆ ਜਾਂ ਕਰ ਦਿੰਦੇ ਆ ਕਿ ਅਗਰ ਉਹ ਚੈੱਕ ਵੀ ਹੂੰ ਕਰਨਾ ਚਾਹਣ ਤਾਂ ਉਹਨਾਂ ਦੀ ਗੱਲਾਂ ਤੇ ਜਾ ਕੇ ਚੈੱਕ ਨਹੀਂ ਕਰ ਪਾਉਂਦੇ। ਤਾਂ ਜੀ ਮੈਂ ਸਭ ਨੂੰ ਇੱਕ ਚੀਜ਼ ਹੱਥ ਜੋੜ ਕੇ ਜ਼ਰੂਰ ਕਵਾਂਗਾ ਕਿ ਐਟਲੀਸਟ ਅਗਰ ਜੇ ਤੁਹਾਨੂੰ ਕੋਈ ਐਲਐਮਆਈ ਦੇ ਰਿਹਾ ਹੈ ਜਾਂ ਹੂੰ ਤੁਸੀਂ ਐਲਐਮਆਈ ਕਿਸੇ ਤੋਂ ਲੈ ਰਹੇ ਹੋ, ਅਗਰ ਤੁਹਾਡਾ ਕੋਈ ਫਰੈਂਡ ਹੈ, ਕੋਈ ਦੋਸਤ ਹੈ, ਕੋਈ ਸੱਜਣ ਮਿੱਤਰ ਹੈ, ਕੋਈ ਰਿਸ਼ਤੇਦਾਰ ਹੈ ਕੈਨੇਡਾ ਹੂੰ ਦੇ ਵਿੱਚ, ਤਾਂ ਪਲੀਜ਼ ਉਹ ਐਲਐਮਆਈ ਦੀ ਕਾਪੀ ਉਹਨੂੰ ਭੇਜੋ। ਉਹਨੂੰ ਕਹੋ ਹੂੰ ਕਿ ਇਹ ਐਲਐਮਆਈ ਮੈਨੂੰ ਜਿਸ ਫਰਮ ਨੇ ਭੇਜੀ ਹੈ, ਕਿਆ ਉਹ ਫਰਮ ਉੱਥੇ ਹੈ, ਮੌਜੂਦ ਹੂੰ ਹੈ, ਪਲੀਜ਼ ਇਹ ਚੈੱਕ ਕਰਕੇ ਦੱਸੋ ਕਿਆ ਉੱਥੇ ਉਹ ਬਿਲਡਿੰਗ ਹੈ, ਉੱਥੇ ਉਹ ਹੂੰ ਇੰਪਲੋਇਰ ਹੈ, ਉੱਥੇ ਸਟਾਫ ਹੈ। ਜੀ। ਗੂਗਲ ਦੇ ਉੱਤੇ ਬਹੁਤ ਅਸੀਂ ਇਦਾਂ ਦੇ ਪਹਿਲਾਂ ਵੀ ਮਾਮਲੇ ਸੁਮਨ ਸਾਡੇ ਕੋਲ ਬਹੁਤ ਆਏ ਨੇ ਜਿਹਦੇ ਵਿੱਚ ਕਈ ਕਾਲਜਸ ਦੇ ਵੱਲੋਂ ਧੋਖਾਧੜੀ ਕਰ ਦਿੱਤੀ ਗਈ ਔਰ ਉਹ ਸਾਰੇ ਗੂਗਲ ਤੇ ਹੀ ਸਰਚ ਕੀਤੇ ਗਏ ਸੀ।
ਗੂਗਲ ਦੇ ਉੱਤੇ ਜਿਹੜੀ ਚੀਜ਼ ਹੈ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਸਾਰੀ ਚੀਜ਼ ਸਹੀ ਹੀ ਪਾਈ ਗਈ ਹੈ, ਇਨਫੋਰਮੇਸ਼ਨ ਜਿਹੜੀ ਉੱਥੇ ਪਾਈ ਜਾ ਰਹੀ ਹੈ ਉਹ ਬਿਲਕੁਲ ਠੀਕ ਹੈ। ਉਸ ਚੀਜ਼ ਦੀ ਵੀ ਪਛਾਣ ਜਿਹੜੀ ਕਰਨੀ ਹੈ ਬਹੁਤ ਮੁਸ਼ਕਿਲ ਹੋ ਚੁੱਕੀ ਹੈ ਅੱਜ ਕੱਲ੍ਹ। ਇਹ ਚੀਜ਼ ਸਹੀ ਹੈ ਕਿ ਗੂਗਲ ਤੋਂ ਹੀ ਪਛਾਣ ਕਰਕੇ ਜਿਹੜਾ ਜਾਂ ਗੂਗਲ ਤੇ ਜਿਹੜੀਆਂ ਸਾਈਟਸ ਨੇ ਜੇ ਉਹ ਆਫਰ ਕਰ ਰਹੀਆਂ ਨੇ ਤੇ ਆਪਾਂ ਉਹਨਾਂ ਤੇ ਯਕੀਨ ਕਰ ਸਕੀਏ ਔਰ ਉਹ ਆਪਾਂ ਨੂੰ ਲੱਗ ਸਕਣ ਕਿ ਵੀ ਇਹ ਸਹੀ ਹੈ, ਗੂਗਲ ਦੇ ਉੱਤੇ ਇਹਨਾਂ ਦਾ ਸਾਰਾ ਡਾਟਾ ਦਿੱਤਾ ਹੋਇਆ, ਇੱਥੇ ਮੌਜੂਦ ਨੇ, ਇਸ ਚੀਜ਼ ਦੀ ਵੀ ਤਾਂ ਕੋਈ ਪਛਾਣ ਹੁੰਦੀ ਹੋਏਗੀ ਨਾ। ਬਿਲਕੁਲ ਸ਼ੈਰੀ ਜੀ, ਆਪਾਂ ਪਹਿਚਾਨ ਕਰ ਸਕਦੇ ਹਾਂ ਉਸ ਚੀਜ਼ ਦੀ। ਜਿਸ ਤਰ੍ਹਾਂ ਕਿ ਅਗਰ ਆਪਾਂ ਕਿਸੇ ਕਾਲਜ ਦੀ ਗੱਲ ਕਰੀਏ ਤਾਂ ਕਾਲਜ ਇੱਕ ਵੈਬਸਾਈਟ ਦੀ ਕ੍ਰੀਏਟ ਕਰਕੇ ਕੁਝ ਵੀ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨਾਲ ਫਰਾਡ ਹੋਇਆ ਪਹਿਲਾਂ, ਠੀਕ ਹੈ, ਕਿ ਉਹ ਕਾਲਜ ਦੀ ਬਿਲਡਿੰਗ ਦਿਖਾ ਦਿੰਦੇ ਆ, ਕਰ ਦਿੰਦੇ, ਫੋਟੋਗ੍ਰਾਫਸ ਲੱਗ ਜਾਂਦੀਆਂ, ਸਭ ਕੁਝ ਲੱਗ ਜਾਂਦਾ। ਮੈਂ ਫਿਰ ਉਹੀ ਗੱਲ ਕਹਿਣਾ ਚਾਹੁੰਦਾ ਕਿ ਗੂਗਲ ਦੇ ਉੱਤੇ ਕਈ ਵਾਰੀ ਚੀਜ਼ ਜੈਨੂਇਨ ਹੁੰਦੀ ਹੈ, ਕਈ ਵਾਰੀ ਇਹਨੂੰ ਗੂਗਲ ਦੇ ਉੱਤੇ ਇੱਕ ਐਸੀ ਹੈ ਕਿ ਆਪਾਂ ਇਹਨੂੰ ਮੈਨੀਪੂਲੇਟ ਨਹੀਂ ਕਰ ਸਕਦੇ ਕਿਸੇ ਤਰੀਕੇ ਦੇ ਨਾਲ। ਵਰਕ ਪਰਮਿਟ ਦੇ ਕੇਸਿਸ ਦੇ ਵਿੱਚ ਜ਼ਿਆਦਾਤਰ ਇਹ ਦੇਖਿਆ ਗਿਆ ਕਿ ਅਗਰ ਉਹ ਕੰਪਨੀ ਦਾ ਨਾਮ ਉੱਤੇ ਮੈਂਸ਼ਨ ਕਰਦੇ ਤੇ ਇੱਕ ਬਿਲਡਿੰਗ ਦਿਖਦੀ ਹੈ ਵਿਦਆਊਟ ਨੇਮ। ਅਗਰ ਉਹ LMI ਜੈਨੂਇਨ ਹੈ ਤਾਂ ਬਿਲਡਿੰਗ ਉੱਤੇ ਦਿਖੇਗੀ। ਔਰ ਪਲੱਸ ਮੈਂ ਫਿਰ ਬਾਰ-ਬਾਰ ਇਹ ਗੱਲ ਕਹਾਂਗਾ, ਜੇ ਤੁਹਾਡਾ ਉੱਤੇ ਕੋਈ ਵੀ ਦੋਸਤ ਜਾਂ ਯਾਰ ਦੋਸਤ ਜਾਂ ਸੱਜਣ ਮਿੱਤਰ ਕੋਈ ਵੀ ਰਿਲੇਟਿਵ ਤੁਹਾਡਾ ਉੱਤੇ ਰਿਸ਼ਤੇਦਾਰ ਹੈਗਾ ਤਾਂ LMI ਦੀ ਕਾਪੀ ਉਹਨੂੰ ਭੇਜੋ ਜੀ, ਤਾਂ ਕਿ ਉਹ ਉੱਥੇ ਉਹਨੂੰ ਰੈਕਟੀਫਾਈ ਕਰ ਸਕਣ, ਉਹਦੀ ਪੜਤਾਲ ਕਰ ਸਕਣ ਕਿ ਬਾਕੀ ਇਹ ਕੰਪਨੀ ਉੱਤੇ ਹੈ ਜਿਹਨੇ LMI ਦਿੱਤੀ ਹੈ। ਨਹੀਂ ਤਾਂ ਅਦਰਵਾਈਜ਼ ਅਗਰ ਆਪਾਂ ਚੈੱਕ ਕਰੀਏ ਗੂਗਲ ਦੇ ਉੱਤੇ, ਆਪਾਂ ਬੈਸਟ ਲਾਇਰਸ ਅਗਰ ਆਪਾਂ ਚੈੱਕ ਕਰੀਏ ਤਾਂ ਕਾਫੀ ਆਪਸ਼ਨਸ ਆਪਣੇ ਸਾਹਮਣੇ ਆ ਜਾਂਦੀਆਂ ਤੇ ਆਪਾਂ ਚੈੱਕ ਕਰਵਾ ਸਕਦੇ ਹਾਂ ਕਿਸੇ ਵੀ ਲਾਇਰ ਤੋਂ, ਕਿਸੇ ICT ਲਾਇਰ ਹੋਵੇ। ਜੀ ਸੁਮਨ, ਹੁਣ ਇਹ ਦੱਸੋ ਵੀ ਇਸ ਵੇਲੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ? ਜਿੰਨੇ ਇੰਸਟੀਚਿਊਟ ਆ ਉੱਥੋਂ ਹਮੇਸ਼ਾ ਇਹ ਰਿਪੋਰਟ ਆਉਂਦੀ ਹੈ ਕਿ ਬੱਚਾ ਭਰਿਆ ਪਿਆ ਇੰਸਟੀਚਿਊਟਸ ਦੇ ਵਿੱਚ। ਤੁਹਾਡੇ ਇੰਸਟੀਚਿਊਟਸ ਬਾਰੇ ਜਾਣਨਾ ਚਾਹਾਂਗੇ, ਉੱਥੋਂ ਦੇ ਕੀ ਚੱਲ ਰਹੇ ਨੇ, ਕਿੰਨਾ ਬੱਚਾ ਜਿਹੜਾ ਉੱਥੇ ਪੜ੍ਹ ਰਿਹਾ ਹੈ, LMIA ਦੀ ਸਿਚੁਏਸ਼ਨ ਕੀ ਹੈ, ਤੁਹਾਡੇ ਕੋਲ ਕੇਸਿਸ ਕਿੱਦਾਂ ਦੇ ਆਉਂਦੇ ਨੇ? ਤੁਸੀਂ ਇੱਕ ਕੇਸ ਜਾਂ ਦੋ ਮੇਰੇ ਨਾਲ ਜ਼ਰੂਰ ਸਾਂਝੇ ਕੀਤੇ ਨੇ, ਪਰ ਜ਼ਿਆਦਾਤਰ ਗਿਣਤੀ ਜਿਹੜੀ ਹੈ ਇੱਦਾਂ ਦੇ ਕੇਸਿਸ ਦੀ ਕਿੰਨੀ ਹੈ, ਅਸੀਂ ਚਾਹਾਂਗੇ ਉਹਦੇ ਸੰਬੰਧੀ ਵਿਸਥਾਰ ਦੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਜ਼ਰੂਰ ਕਰੋ ਕਿ ਇਸ ਵੇਲੇ ਕੀ ਹਾਲਾਤ ਚੱਲ ਰਹੇ ਨੇ, ਬਾਹਰ ਆਉਣ ਦੀ ਦੌੜ ਦੇ ਵਿੱਚ ਇੰਨੇ ਲੋਕ ਸ਼ਾਮਿਲ ਨੇ, ਉਹਦੇ ਵਿੱਚ ਉਹ ਕਿਵੇਂ ਇਹ ਚੀਜ਼ ਕਰ ਸਕਣ ਔਰ ਕਿਸ ਲੈਵਲ ਤੱਕ ਦਾ ਫਰਾਡ ਜਿਹੜਾ ਉਹ ਚੱਲ ਰਿਹਾ। ਸਰ ਜੀ, ਪੰਜਾਬ ਦੇ ਵਿੱਚ ਇੱਕ ਜਿਹੜਾ ਪੜ੍ਹਿਆ ਲਿਖਿਆ ਬੱਚਾ ਹੈ ਉਹ 12ਵੀਂ ਕਰਕੇ ਜਦੋਂ ਨਿਕਲਦਾ ਹੈ ਉਹ ਸਭ ਤੋਂ ਪਹਿਲਾਂ IELTS ਲਈ ਜਾਂਦਾ ਕਿ ਮੈਂ IELTS ਕਲੀਅਰ ਕਰਾਂ ਔਰ ਮੈਂ ਸਟੱਡੀ ਵੀਜ਼ਾ ਤੇ ਜਾਵਾਂ, ਜੋ ਇੱਕ ਜੈਨੂਇਨ ਵੇ ਹੈ ਕੈਨੇਡਾ ਐਂਟਰ ਕਰਨ ਦਾ, ਕਿ ਮੈਂ ਆਪਣੀ ਸਟੱਡੀ ਕਰਾਂ, ਸਟੱਡੀ ਕੰਪਲੀਟ ਕਰਨ ਤੋਂ ਬਾਅਦ ਮੈਂ ਵਰਕ ਪਰਮਿਟ ਲਵਾਂ, ਵਰਕ ਪਰਮਿਟ ਤੋਂ ਬਾਅਦ ਮੈਂ ਉੱਥੇ PR ਲਵਾਂ। ਜਿਹੜੇ ਕਿ +2 ਤੋਂ ਬਾਅਦ ਕਾਫੀ 2 ਜਾਂ 3 ਸਾਲ ਦਾ ਉਹਨਾਂ ਦਾ ਗੈਪ ਹੈ ਜੋ ਬਹਿ ਚੁੱਕਾ ਹੁੰਦਾ ਸਟੱਡੀ ਦੇ ਵਿੱਚ, ਔਰ ਉਹਨਾਂ ਦੇ ਸਟੱਡੀ ਵੀਜ਼ਾ ਨਹੀਂ ਲੱਗਦੇ ਹੈਗੇ ਔਰ 2 ਤੋਂ 3 ਸਾਲ ਬਾਅਦ ਉਹ ਵਰਕ ਪਰਮਿਟ ਦੀ ਤਲਾਸ਼ ਦੇ ਵਿੱਚ ਮਾਰਕੀਟ ਦੇ ਵਿੱਚ ਨਿਕਲ ਜਾਂਦੇ ਨੇ ਜੀ। ਤੇ ਇਹੀ ਲੋਕ ਜਿਹੜੇ ਹੈਗੇ ਨੇ ਉਹ ਠੱਗੀ ਠੋਰੀ ਦਾ ਸ਼ਿਕਾਰ ਬਣਦੇ ਨੇ। ਮੈਂ ਸਭ ਤੋਂ ਪਹਿਲਾਂ ਆਪਣੇ ਵਿਊਅਰਸ ਨੂੰ ਕਹਿਣਾ ਚਾਹਾਂਗਾ, ਜੇ ਤੁਸੀਂ ਕੈਨੇਡਾ ਵਰਕ ਪਰਮਿਟ ਦੇ ਉੱਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ IELTS ਬਹੁਤ ਜ਼ਰੂਰੀ ਹੈ ਜੀ। ਬਿਨਾਂ IELTS ਉਹ ਕੈਨੇਡਾ ਦੇ ਵਿੱਚ ਤੁਹਾਡੀ PR ਨਹੀਂ ਹੋ ਸਕਦੀ। ਔਰ ਕੋਈ ਵੀ ਅਗਰ ਤੁਹਾਨੂੰ ਕਹਿੰਦਾ ਹੈ ਕਿ ਹਾਂ, ਜਿਸ ਤਰ੍ਹਾਂ ਕਿ ਮੇਰੇ ਕੋਲ ਆਉਂਦੇ ਨੇ ਕਲਾਇੰਟਸ ਆਉਂਦੇ ਨੇ ਕਿ ਸਰ ਸਾਨੂੰ ਵਰਕ ਪਰਮਿਟ ਕਰਾ ਦਿਓ, ਸਾਨੂੰ LMI ਕਰਾ ਦਿਓ, ਪੈਸੇ ਅਸੀਂ ਉੱਥੇ ਜਾ ਕੇ ਘਟਾ ਦੇਵਾਂਗੇ, ਸਾਡੀ ਤਨਖਾਹ ਦੇ ਵਿੱਚੋਂ ਕੱਟ ਲਿਓ, ਕਿ ਸਾਨੂੰ ਤਾਂ ਕਿਸੇ ਨੇ ਏਦਾਂ ਕਿਹਾ ਹੈ ਕਿ 2 ਲੱਖ ਦੇ ਦਿਓ, 3 ਲੱਖ ਦੇ ਦਿਓ, ਤਾਂ ਇਹ ਸਭ ਕੁਝ ਫੇਕ ਹੈ। ਕੋਈ ਵੀ ਕੰਪਨੀ ਉੱਥੇ ਤੁਹਾਨੂੰ ਨਹੀਂ ਸੱਦੇਗੀ ਕਿ ਜਿਹੜੀ ਕਹੇਗੀ ਤੁਸੀਂ ਤਨਖਾਹ ਦੇ ਵਿੱਚੋਂ ਪੈਸਾ ਘਟਾ ਦਿਓ ਜੀ। ਤੁਹਾਡੇ ਇੰਸਟੀਚਿਊਟ ਥਾਂ ਦੇ ਉੱਤੇ ਹੈਗੇ ਨੇ, ਕਈ ਥਾਵਾਂ ਦਾ ਤੁਸੀਂ ਜ਼ਿਕਰ ਵੀ ਕੀਤਾ ਹੈ ਸੁਮਨ, ਕਿੰਨਾ ਕੁ ਬੱਚਾ ਇਸ ਵੇਲੇ ਉੱਥੇ ਹੈ ਜਿਹੜਾ IELTS ਲਈ ਜਿਹੜਾ ਤਿਆਰੀ ਕਰ ਰਿਹਾ ਹੈ, ਜਿਹੜਾ ਕੈਨੇਡਾ ਆਉਣ ਦੇ ਜਾਂ ਕਿਸੇ ਹੋਰ ਕੰਟਰੀ ਵਿੱਚ ਜਾਣ ਦੇ ਜਿਹੜੇ ਆ ਉਹ ਸੁਪਨੇ ਦੇਖ ਰਿਹਾ? ਸ਼ਾਇਦ ਜੀ ਮੈਂ ਇਹ ਗੱਲ ਕਹਾਂਗਾ ਕਿ ਸੁਪਨੇ ਤਾਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦਾ ਹਰ ਇੱਕ ਬੱਚਾ ਦੇਖ ਰਿਹਾ, ਹਰ ਇੱਕ ਨੌਜਵਾਨ ਦੇਖ ਰਿਹਾ ਕਿ ਮੈਂ ਕੈਨੇਡਾ ਚਲਾ ਜਾਵਾਂ। ਬਟ ਕੈਨੇਡਾ ਜਾਣਾ ਇੰਨਾ ਸੌਖਾ ਨਹੀਂ ਹੈ। ਬਟ ਇਹ ਗੱਲ ਤੁਹਾਡੀ ਸਹੀ ਹੈ ਕਿ ਪੰਜਾਬ ਦੇ ਇੰਸਟੀਚਿਊਟ ਜਿਹੜੇ ਹੈਗੇ ਨੇ ਉਹ ਭਰੇ ਪਏ ਨੇ ਬੱਚਿਆਂ ਦੇ ਨਾਲ, IELTS ਦੇ ਨਾਲ, ਕਿਉਂਕਿ ਉਹਨਾਂ ਦੇ ਵਿੱਚ ਇੱਕ ਭਗਦੜ ਮਚੀ ਹੋਈ ਹੈ ਕਿ ਅਸੀਂ ਬਾਹਰ ਜਾਣਾ, ਅਸੀਂ ਇੱਥੇ ਨਹੀਂ ਰਹਿਣਾ ਜੀ। ਸੁਮਨ, LMIA ਦੀ ਗੱਲ ਹੁਣ ਹੋ ਰਹੀ ਸੀਗੀ ਤੇ ਗੱਲ ਹੋ ਰਹੀ ਸੀ ਫਰਾਡ ਦੀ, ਬਹੁਤ ਆਪਣਾ ਜਿਹੜਾ ਕਹਾਂਗੇ ਇਹਨੂੰ ਆਪਾਂ ਕਲੀਅਰ ਕਰਦੇ ਹਾਂ ਇਸ ਚੀਜ਼ ਨੂੰ। LMIA ਜਦੋਂ ਕਿਸੇ ਨੇ ਲੈਣੀ ਹੈ ਤੇ ਜਿਹਨੇ ਕਿਸੇ ਨੇ ਦੇਣੀ ਹੈ, ਜੋ ਉਹਨਾਂ ਦੇ ਵਿੱਚ ਆਪਸੀ ਤਾਲਮੇਲ ਜਾਂ ਰਾਬਤਾ ਨਹੀਂ ਹੈ, ਕਿਸੇ ਵੀ ਸਾਈਟ ਦੇ ਥਰੂ, ਗੂਗਲ ਦੇ ਜਾਂ ਕਿਸੇ ਹੋਰ ਅਦਰ ਪਰਸਨ ਦੇ ਥਰੂ ਜੁੜ ਰਹੇ ਨੇ, ਜਾਂ ਫਿਰ ਜਿਹੜੇ ਕੰਸਲਟੈਂਟ ਨੇ ਪੰਜਾਬ ਦੇ ਵਿੱਚ ਬੈਠੇ ਹੋਏ ਜਾਂ ਕੈਨੇਡਾ ਦੇ ਵਿੱਚ ਬੈਠੇ ਹੋਏ, ਜਾਂ ਫਿਰ ਉਹ ਇਹ ਦੇ ਰਹੇ ਨੇ ਕਿਸੇ ਨੂੰ ਜਾਂ ਅਪਰੋਚ ਕਰ ਰਹੇ ਨੇ, ਤਾਂ ਉਹਨਾਂ ਦੇ ਉੱਤੇ ਕੀ ਯਕੀਨ ਕੀਤਾ ਜਾ ਸਕਦਾ ਹੈਗਾ? ਤੁਸੀਂ ਮੈਨੂੰ ਪਹਿਲੂ ਦੱਸੇ ਨੇ ਵੀ ਆਹ ਪਹਿਲੂ ਹੈ ਜਿਨ੍ਹਾਂ ਦਾ ਖਿਆਲ ਰੱਖਣ। ਹਰ ਸ਼ਖਸ, ਹਰ ਜਿਹੜਾ ਪਰਸਨ ਹੁੰਦਾ ਜਿਹਨੇ ਸਪੈਸ਼ਲੀ ਜਦੋਂ ਬਾਹਰ ਆਉਣਾ ਹੁੰਦਾ ਹੈ ਤਾਂ ਬਾਹਰ ਦੀ ਜਿਹੜੀ ਚਕਾਚੌਂਧ ਵਾਲੀ ਤਸਵੀਰ ਹੈ ਉਹ ਇੱਦਾਂ ਦੀ ਹੈ ਵੀ ਉਸ ਟਾਈਮ ਦੇ ਉੱਤੇ ਫਰਾਡ ਹੋ ਜਾਣਾ ਜਾਂ ਇੰਨਾ ਪੈਸਾ ਡੁੱਬ ਜਾਣਾ, ਸ਼ਾਇਦ ਉਹ ਚੀਜ਼ਾਂ ਦਿਖਾਈ ਹੀ ਨਹੀਂ ਦਿੰਦੀਆਂ। ਹਰ ਪਰਸਨ ਦੇ ਉੱਤੇ ਕੋਈ ਵੀ
ਟਰਸਟ ਕਰ ਲੈਂਦਾ, ਭਰੋਸਾ ਕਰ ਲੈਂਦਾ। ਤੁਹਾਡੇ ਕੋਲ ਜਿਹੜੇ ਕੇਸਿਸ ਆਉਂਦੇ ਨੇ ਉਹਨਾਂ ਕੇਸਿਸ ਦੇ ਅਕੋਰਡਿੰਗਲੀ ਹੀ ਮੈਂ ਸਵਾਲ ਕਰਾਂਗੀ ਕਿ ਜਦੋਂ ਹੁਣ ਕਿਸੇ ਕੰਸਲਟੈਂਟ ਦੇ ਕੋਲ ਕੋਈ ਲੈ ਕੇ ਆਂਦਾ ਚੀਜ਼, ਕਿੰਨੇ ਕੁ ਕੈਟਾਗਰੀ ਦੇ ਕੰਸਲਟੈਂਟ ਨੇ ਜਿਹੜੇ ਕਿ ਵਾਕਈ ਹੈਲਪ ਕਰ ਦਿੰਦੇ ਨੇ, ਜਾਂ ਫਿਰ ਉਹਨਾਂ ਦੀ ਕੰਸਲਟ, ਕਿਉਂਕਿ ਸਿਰਫ LMIA ਦੀ ਪਛਾਣ ਸਹੀ ਕਰਨੀ ਜਾਂ ਫਿਰ ਆਪਣੀ ਫਾਈਲ ਕਿਸੇ ਵੀ ਕੰਸਲਟੈਂਟ ਕੋਲ ਲੈ ਕੇ ਜਾਣਾ ਹੀ ਉਹਨਾਂ ਖਤਰਨਾਕ ਨਹੀਂ ਹੁੰਦਾ ਜਿੰਨਾ ਕਿ ਸਹੀ ਜਿਹੜਾ ਕੰਸਲਟੈਂਟ ਨੂੰ ਚੁਣਨਾ ਵੀ ਇੱਕ ਬਹੁਤ ਰਿਸਕੀ ਕੰਮ ਹੁੰਦਾ ਹੈ। ਇਹ ਤਾਂ ਹੋ ਗਈ LMIA ਦੀ ਪਛਾਣ ਕਰਨੀ। ਸਹੀ ਕੰਸਲਟੈਂਟ ਦੀ ਜਿਹੜੀ ਪਛਾਣ ਹੈ ਉਹ ਕਿਵੇਂ ਕੀਤੀ ਜਾ ਸਕਦੀ ਹੈ? ਕਿਉਂਕਿ ਜਿੰਨਾ ਅਸੀਂ ਦੇਖਦੇ ਹਾਂ ਜਿਹੜਾ ਵੱਡੇ ਲੈਵਲ ਦੇ ਉੱਤੇ ਜੋ ਕਪਲਾ ਜਿਹਨੂੰ ਸ਼ਬਦ ਤੁਸੀਂ ਯੂਜ਼ ਕਰ ਲਓ ਜਾਂ ਫਿਰ ਤੁਸੀਂ ਇਹ ਸ਼ਬਦ ਇਸਤੇਮਾਲ ਕਰ ਲਓ ਵੀ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਬਿਜ਼ਨਸ ਚੱਲ ਰਿਹਾ, ਜਿੱਥੇ ਲੋਕ ਸਿਰਫ ਸ਼ਿਕਾਰ ਲੱਭਦੇ ਹੁੰਦੇ ਨੇ ਕਿ ਜਿਹੜੇ ਸਤਾਏ ਜਾਂ ਦੁਖੀ ਲੋਕ ਨੇ, ਕੰਸਲਟੈਂਟਸ ਹੋ ਜਾਂ ਕਿਸੇ ਦੀ ਫਾਈਲ ਦਾ ਇਸ਼ੂ ਆ ਗਿਆ ਜਾਂ LMIA ਕਿਸੇ ਨੂੰ ਪਛਾਣ ਕਰਾਉਣੀ ਹੈ, ਉਹ ਇੱਕ ਮੋਟੀ ਰਕਮ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਇੱਦਾਂ ਦੇ ਬੰਦਿਆਂ ਦਾ ਸ਼ਿਕਾਰ ਕਰਨ ਲਈ ਉਹ ਬੈਠੇ ਹੁੰਦੇ ਨੇ। ਇਹਦੀ ਵੀ ਤਾਂ ਪਛਾਣ ਇੱਕ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਤਾਂ ਇਹ ਵੀ ਨਹੀਂ ਅੱਜ ਦੀ ਡੇਟ 'ਚ ਪਤਾ ਲੱਗ ਰਿਹਾ ਵੀ ਕੰਸਲਟੈਂਟ ਕਿਹੜਾ ਸਹੀ ਹੈ ਤੇ ਕਿਹੜਾ ਨਹੀਂ। ਇਹ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਕਹਿ ਸਕਦੇ ਹਾਂ ਵੀ ਜਾਲ ਜਿਹੜਾ ਵਿਸ਼ਾ ਹੋਇਆ। ਹੁਣ ਇਹਦੇ ਸੰਬੰਧੀ ਥੋੜ੍ਹੀ ਜਿਹੀ ਜ਼ਰੂਰ, ਕਿਉਂਕਿ ਤੁਸੀਂ ਇੱਕ ਕੰਸਲਟੈਂਟ ਹੋ, ਤੁਸੀਂ ਇੱਕ ਇੰਸਟੀਚਿਊਟ ਜਿਹੜਾ ਹੈ ਪੰਜਾਬ ਦੇ ਕਈ ਏਰੀਏ ਦੇ ਵਿੱਚ ਚਲਾ ਰਹੇ ਹੋ, ਸੋ ਇਹਦੇ ਬਾਰੇ ਥੋੜਾ ਜਿਹਾ ਪਲੀਜ਼ ਦੱਸੋਗੇ? शैल जी, मैं कहना चाहूँगा कि कोई भी अगर क्लाइंट अपने किसी कंसल्टेंट को जा रहा है, सब कुछ जा रहा है, सब तो पहला ਉਹਦੀ बैकग्राउंड प्रोफाइल चेक करे। ਉਹਦੀ ਪ੍ਰੋਫਾਈਲ ਚੈੱਕ ਕਰੇ ਕਿ ਉਹਦੀ ਕੰਪਨੀ ਦਾ ਬੈਕਗ੍ਰਾਉਂਡ ਕੀ ਹੈ ਔਰ ਉਹਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਹੋਏ, ਔਰ ਉਹਨਾਂ ਦੇ ਕਿੰਨੇ ਆਫਿਸਿਸ ਨੇ ਜਾਂ ਕੀ ਗੱਲਬਾਤ ਹੈ, ਕਿ ਕੈਨੇਡਾ ਦੇ ਵਿੱਚ ਉਹਨਾਂ ਦੇ ਆਫਿਸਿਸ ਹੈ ਕਿ ਜਿਸ ਤਰ੍ਹਾਂ ਕਈ ਇਹ ਕੰਸਲਟੈਂਸੀ ਬੋਰਡ ਲੱਗੇ ਹੁੰਦੇ ਸਾਡੇ ਕੈਨੇਡਾ ਦੇ ਵਿੱਚ ਆਫਿਸ, ਨੋ ਡਾਊਟ ਦੇਖੋ ਸਾਡਾ ਵੀ ਹੈ, ਠੀਕ ਹੈ ਨਾ, ਸਾਡਾ ਵੀ ਹੈ, ਅਸੀਂ ਕੈਨੇਡਾ ਦੇ ਵਿੱਚ ਸਾਡੇ ਬੈਠੇ ਨੇ, ਸਾਡਾ ਵੀ ਕੈਨੇਡਾ ਦੇ ਵਿੱਚ ਚੱਲ ਰਿਹਾ, ਇੱਥੇ ਇੰਡੀਆ ਦੇ ਵਿੱਚ ਵੀ ਚੱਲ ਰਿਹਾ, ਠੀਕ ਹੈ, ਕਿ ਉਹਨਾਂ ਦੇ ਤੁਸੀਂ ਪ੍ਰੋਫਾਈਲ ਚੈੱਕ ਕਰੋ, ਉਹਨਾਂ ਦੇ ਰਿਵਿਊਜ਼ ਚੈੱਕ ਕਰੋ, ਔਰ ਉਹਨਾਂ ਦੇ ਆਫਿਸ ਵਿੱਚ ਤੁਸੀਂ ਵਿਜ਼ਿਟ ਕਰ ਰਹੇ ਹੋ, ਉਹਨਾਂ ਦੀ ਜੋ ਵੀ ਉਹ ਤੁਹਾਨੂੰ ਕੰਸਰਨ ਕਰ ਰਹੇ, ਜੋ ਸਮਝਾ ਰਹੇ ਹੈ, ਕਰ ਰਹੇ ਆ, ਉਹਨਾਂ ਦੇ ਡਾਕੂਮੈਂਟੇਸ਼ਨ ਕਿਸ ਤਰ੍ਹਾਂ ਫਾਈਲ ਕਰ ਰਹੇ ਆ, ਕਿਸ ਤਰ੍ਹਾਂ ਹੈਗਾ ਸਾਰਾ ਕੁਝ, ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਆਫਿਸ ਉਹਨਾਂ ਦਾ ਕਿੰਨਾ ਪੁਰਾਣਾ ਚੱਲ ਰਿਹਾ, ਕਿੰਨੇ ਵੀਜ਼ਾ ਉਹ ਲਗਵਾ ਚੁੱਕੇ ਹੈ, ਕਿੱਦਾਂ ਦੀ ਉਹਨਾਂ ਦੀ ਫਾਈਲਿੰਗ ਹੈ, ਉਹ ਤੁਹਾਨੂੰ ਦਿਖਾ ਰਹੇ ਨੇ ਵੀਜ਼ਾਸ ਲੱਗੇ ਉਹਨਾਂ ਦੇ, ਜਾਂ ਇਸ ਤਰ੍ਹਾਂ। ਇੱਕ ਪ੍ਰੋਫੈਸ਼ਨਲ ਕੰਸਲਟੈਂਸ ਦੇ ਵਿੱਚ ਔਰ ਇੱਕ ਦੂਸਰੇ ਦੇ ਵਿੱਚ ਕਾਫੀ ਫਰਕ ਹੁੰਦਾ ਹੈ। ਜਿਹੜੇ ਪ੍ਰੋਫੈਸ਼ਨਲ ਕੰਸਲਟੈਂਟ, ਉਹਨਾਂ ਦੀ ਬਕਾਇਦਾ ਵੈਬਸਾਈਟ ਬਣੀ ਹੁੰਦੀ ਹੈ, ਉਹ ਇੰਸਟਾਗ੍ਰਾਮ ਦੇ ਉੱਤੇ ਹੁੰਦੇ ਨੇ, ਉਹ ਫੇਸਬੁੱਕ ਦੇ ਉੱਤੇ ਹੁੰਦੇ ਨੇ, ਉਹ WhatsApp ਦੇ ਉੱਤੇ ਹੁੰਦੇ ਨੇ, ਉਹਨਾਂ ਦੀ ਮੇਲ ਆਈਡੀਜ਼ ਹੈ, ਉਹ ਗੂਗਲ ਦੇ ਉੱਤੇ ਆਪਣਾ ਬੈਠੇ ਨੇ, ਸਾਰਾ ਕੁਝ ਹੈ ਕਿ ਉਹਨਾਂ ਦੇ ਰਿਵਿਊਜ਼ ਚੈੱਕ ਕਰੋ। ਜਿਹੜੇ ਵੀ ਇੱਕ ਕੰਸਲਟੈਂਟ ਇੱਕ ਜੈਨੂਅਨ ਪ੍ਰੋਫਾਈਲ ਲੈ ਕੇ ਬੈਠਾ ਹੋਏਗਾ, ਉਹ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਹੋਏਗਾ ਔਰ ਉਹਦੇ ਰਿਵਿਊਜ਼ ਬਹੁਤ ਮਾਇਨੇ ਰੱਖਦੇ ਨੇ ਜੀ। ਹੁਣ ਇਸ ਵੇਲੇ ਜਿਹੜੇ ਕਪਲੇ ਹੋ ਰਹੇ ਨੇ LMIA ਨੂੰ ਲੈ ਕੇ, ਸੁਮਨ, ਉਹਨੂੰ ਲੈ ਕੇ ਫਿਰ ਕੀ ਕੀਤਾ ਜਾ ਰਿਹਾ? ਕੋਈ ਇੱਦਾਂ ਦੀ ਚੀਜ਼ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ? ਹੁਣ ਨਾ ਨੋ ਡਾਊਟ ਨਾ ਤਾਂ ਕੋਈ ਪੁਲਿਸ ਕੋਲ ਜਾ ਸਕਦਾ ਨਾ ਕੁਛ, ਕਿਉਂਕਿ ਕੇਸਿਸ ਦੇ ਵਿੱਚ ਧੋਖੇ ਹੋ ਜਾਂਦੇ ਨੇ, ਪਰ ਸੁਣਵਾਈ ਦਾ ਕਦੀ ਕੁਛ ਸੁਣ ਨਹੀਂ ਪਾਏ ਅਸੀਂ। ਸੋ ਲੱਗਦਾ ਵੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਵੇਅਰਨੈਸ ਹੋ ਰਹੀ ਹੈ ਵੀ LMIs ਜਦੋਂ ਲੈਣੀਆਂ ਨੇ, ਅਪਰੂਵ ਕਰਾਉਣੀਆਂ ਨੇ, ਕਿੱਥੋਂ ਲੈਣੀਆਂ ਨੇ, ਕਿਵੇਂ ਉਹ ਜਿਹੜੀਆਂ ਨੇ ਅਪਰੂਵ ਹੁੰਦੀਆਂ ਨੇ, ਉਹ ਉਸ ਚੀਜ਼ ਦਾ ਲੋਕ ਜਿਹੜਾ ਧਿਆਨ ਰੱਖ ਸਕਣ। ਸੋ ਇੱਕ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦਾ ਜਿਹੜਾ ਪ੍ਰੋਸੈਸ ਹੈ LMIA ਦਾ, ਪਲੀਜ਼ ਉਹ ਥੋੜ੍ਹਾ ਜਿਹਾ ਸਮਝਾਓਗੇ ਕਿ ਲੋਕ ਕਿਹੜੇ ਕਿਹੜੇ ਨੁਕਤਿਆਂ ਦਾ ਖਾਸ ਤੌਰ 'ਤੇ ਖਿਆਲ ਰੱਖਣ ਤਾਂ ਕਿ ਧੋਖਾਧੜੀ ਦਾ ਸ਼ਿਕਾਰ ਨਾ ਹੋ ਜਾਣ? ਬਿਲਕੁਲ ਸ਼ੈਰੀ ਜੀ, ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਆਪਾਂ ਇੱਕ ਗੱਲ ਕਰੀਏ ਕਿ ਕੋਈ ਕਾਰਪੈਂਟਰ ਹੈ, ਉਹਨੇ +2 12ਵੀਂ ਕਰੀ ਹੈ ਔਰ ਉਹਨੇ ਕਾਰਪੈਂਟਰ ਦਾ ਡਿਪਲੋਮਾ ਕਰ ਲਿਆ ਹੈ, ਉਹ ਕਾਰਪੈਂਟਰ ਦਾ ਡਿਪਲੋਮਾ ਕਰਨ ਤੋਂ ਬਾਅਦ ਉਹ ਕੋਲ ਘੱਟੋ ਘੱਟ 2 ਜਾਂ 3 ਸਾਲ ਦਾ ਐਕਸਪੀਰੀਅੰਸ ਹੈ ਔਰ ਉਹਦੇ ਨਾਲ ਉਹਨੇ IELTS ਕਰ ਚੁੱਕਾ ਆਪਣੀ 5.5 ਬੈਂਡ ਹੈ ਜਾਂ ਓਵਰਆਲ ਉਹਦੇ 6 ਬੈਂਡ ਹੈ, ਔਰ ਉਹ ਕੁਆਲੀਫਾਈ ਕਰ ਰਿਹਾ ਕਿ ਹਾਂ ਮੈਨੂੰ ਵਰਕ ਪਰਮਿਟ ਮਿਲ ਸਕਦਾ, ਮੈਨੂੰ LMIA ਹੋ ਸਕਦੀ ਹੈ। ਤਾਂ ਦੇਖੋ ਨੋ ਡਾਊਟ ਕਾਫੀ ਸਾਈਟਸ ਨੇ ਕੈਨੇਡਾ ਦੀਆਂ ਵੀ, ਠੀਕ ਹੈ, ਜਿਹਦੇ ਉੱਤੇ ਉਹ ਇੱਕ ਵੈਰੀਫਾਈ ਕਰ ਸਕਦਾ ਹੈ ਕਿਸੇ ਇੰਪਲੋਇਰ ਨੂੰ ਉਹਦੀ ਨੀਡ ਹੈ ਜਾਂ ਨਹੀਂ ਹੈ, ਜਾਂ ਕਿਸੇ ਕੰਸਲਟੈਂਟ ਦੇ ਥਰੂ ਉਹ ਹੈਲਪ ਲੈ ਸਕਦਾ ਇਸ ਚੀਜ਼ ਦੀ ਕੀ ਹੈ। ਬਟ ਇਹ ਹੈ ਕਿ ਜਿਹੜੀ LMIs ਦੀਆਂ ਕਾਪੀਜ਼ ਨੇ, ਕਿ ਉਹ ਇੱਕ ਚੀਜ਼ ਮੇਰੀ ਹਮੇਸ਼ਾ ਧਿਆਨ 'ਚ ਮੈਂ ਸਭ ਨੂੰ ਕਹਾਂਗਾ ਕਿ ਵਿਦਾਊਟ IELTS, ਮੈਂ ਬਾਰ-ਬਾਰ ਕਹਾਂਗਾ ਕਿ ਵਿਦਾਊਟ IELTS ਤੁਹਾਡੀ LMIA ਔਰ ਵਰਕ ਪਰਮਿਟ ਨਹੀਂ ਲੱਗ ਸਕਦਾ ਹੈ। ਔਰ ਦੂਸਰੀ ਗੱਲ ਕਿ ਕੋਈ ਵੀ LMI ਦੇ ਵਿੱਚ ਇਹ ਚੀਜ਼ ਮੈਂਸ਼ਨ ਨਹੀਂ ਹੁੰਦੀ ਹੈ ਕਿ ਤੁਹਾਡੇ ਪੈਸੇ ਉੱਥੇ ਕੱਟੇ ਜਾਣਗੇ ਜਾਂ ਤੁਹਾਨੂੰ ਫੂਡ ਦਿੱਤਾ ਜਾਏਗਾ, ਅਕਮੋਡੇਸ਼ਨ ਦਿੱਤੀ ਜਾਏਗੀ ਜਾਂ ਘਰ ਦਿੱਤਾ ਜਾਏਗਾ। ਇਹੋ ਜਿਹੀਆਂ ਚੀਜ਼ਾਂ ਤੋਂ ਪਲੀਜ਼ ਬਚੋ। ਜਿਹੜੀ ਪ੍ਰੋਫਾਈਲ ਹੈ ਤੁਹਾਡੀ, ਅਗਰ ਤੁਹਾਨੂੰ ਉਸ LMI ਅਪਰੂਵ ਹੁੰਦੀ ਹੈ, ਜੌਬ ਆਫਰ ਹੁੰਦੀ ਹੈ, LMI ਹੁੰਦੀ ਹੈ, ਕਈ ਇੱਥੇ ਪੰਜਾਬ ਦੇ ਵਿੱਚ ਹੁੰਦਾ ਹੈ ਕਿ ਕਹਿੰਦੇ ਨੇ ਕਿ ਨਹੀਂ ਜੀ ਅਸੀਂ LMI ਤੁਹਾਡੀ ਮੰਗਵਾ ਦੇਵਾਂਗੇ, ਅਸੀਂ 1 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ LMI ਮੰਗਵਾ ਦੇਵਾਂਗੇ, ਤੇ ਪੋਸੀਬਿਲਿਟੀ ਨਹੀਂ ਹੈ। ਅਗਰ ਕੋਈ ਬੰਦਾ ਕਹਿ ਰਿਹਾ ਕਿ ਅੱਜ ਤੁਸੀਂ ਮੈਨੂੰ ਇੰਨੇ ਪੈਸੇ ਦੇ ਦਿਓ ਔਰ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਮੇਰੇ ਕੋਲ LMI ਤੁਸੀਂ ਲੈ ਲਓ, ਤਾਂ ਇਹ ਬਿਲਕੁਲ ਹੀ ਗਲਤ ਹੈ, ਕਿਉਂਕਿ ਕੈਨੇਡੀਅਨ ਰੂਲਸ ਦੇ ਅਕੋਰਡਿੰਗਲੀ, ESDC ਗਵਰਨਮੈਂਟ ਦੇ ਅਕੋਰਡਿੰਗਲੀ ਉੱਥੇ ਇੰਪਲਾਇਰ ਨੂੰ 3 ਤੋਂ 4 ਮਹੀਨੇ ਆਪਣੀ ਐਡਵਰਟਾਈਜ਼ਮੈਂਟ ਚਲਾਉਣੀ ਪੈਂਦੀ ਹੈ
ਉਹਨੂੰ ਗਵਰਨਮੈਂਟ ਨੂੰ ਰਿਪੋਰਟ ਦਿਖਾਉਣਾ ਪੈਂਦਾ ਹੈ ਕਿ ਮੈਨੂੰ ਇੱਥੋਂ ਬੰਦਾ ਨਹੀਂ ਮਿਲਿਆ। ਉਹਦੀ ਬਕਾਇਦਾ ਉਹ ਆਪਣੀ ਮੇਲਸ ਤੁਹਾਡੇ ਨਾਲ ਸ਼ੇਅਰ ਕਰਦਾ ਹੈ, ਤੁਹਾਡੀ ਡਾਕੂਮੈਂਟੇਸ਼ਨ ਮੰਗਵਾਉਂਦਾ ਹੈ, ਤੁਹਾਡਾ ਕੰਸੈਂਟ ਫਾਰਮ ਸਾਈਨ ਹੁੰਦਾ ਹੈ, ਜੌਬ ਆਫਰ ਸਾਈਨ ਹੁੰਦੀ ਹੈ ਤੁਹਾਡੀ। ਉਸ ਤੋਂ ਬਾਅਦ LMI ਅਪਰੂਵ ਹੋਣ ਤੋਂ ਅਰਾਊਂਡ 5 ਤੋਂ 6 ਮਹੀਨੇ ਦਾ ਟਾਈਮ ਲੱਗ ਜਾਂਦਾ। ਉਸ ਤੋਂ ਬਾਅਦ ਤੁਹਾਨੂੰ LMI ਮਿਲਦੀ ਹੈ ਜੀ, ਔਰ ਉਹ LMI ਨੂੰ ਤੁਸੀਂ ਰੈਕਟੀਫਾਈ ਕਰ ਸਕਦੇ ਹੋ। ਜੀ, ਜਿਹੜੇ ਤੁਹਾਨੂੰ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਹੀ ਕਹਿ ਰਹੇ ਕਿ ਤੁਹਾਡੀ LMI ਆ ਗਈ ਹੈ, ਤੁਹਾਡੀ ਜੌਬ ਆਫਰ ਆ ਗਈ ਹੈ, ਕਿ ਤੁਸੀਂ ਜੌਬ ਆਫਰ ਇਟਸ ਨਾਟ LMI ਹੈ। ਜੌਬ ਆਫਰ ਨੂੰ LMI ਨਹੀਂ ਕਹਿ ਸਕਦੇ। ਏਜੰਟਸ ਇੱਥੇ ਜੌਬ ਆਫਰ ਦੇ ਨਾਮ ਦੇ ਉੱਤੇ ਪੈਸਾ ਬਹੁਤ ਲੈ ਰਹੇ ਸ਼ੈਰੀ ਜੀ। ਬਿਲਕੁਲ ਬਿਲਕੁਲ। ਮੈਂ ਆਪਣੇ ਕਲਾਇੰਟਸ ਨੂੰ ਬਾਰ-ਬਾਰ ਇਹ ਗੱਲ ਕਹਾਂਗਾ ਕਿ ਜੌਬ ਆਫਰਸ ਉੱਤੇ ਕਦੇ ਵੀ ਕਿਸੇ ਨੂੰ ਪੈਸਾ ਨਾ ਦਿਓ, ਕਿਉਂਕਿ ਜੌਬ ਆਫਰ ਨੂੰ ਅਗਰ ਮੈਂ ਤੁਹਾਨੂੰ ਸਮਝਾਉਣਾ ਚਾਹਾਂ ਕਿ ਜੌਬ ਆਫਰ ਹੁੰਦੀ ਕੀ ਹੈ, ਤਾਂ ਜੌਬ ਆਫਰ ਨੂੰ ਤੁਸੀਂ ਪੰਜਾਬੀ ਵਿੱਚ ਕੰਪੇਅਰ ਕਰ ਸਕਦੇ ਹੋ ਕਿ ਕਾਲਜ ਦਾ ਪ੍ਰੋਸਪੈਕਟਰ ਹੈ। ਬਿਲਕੁਲ, ਹਾਂ। ਅਗਰ ਅੱਜ ਮੈਂ ਇੱਕ 12ਵੀਂ ਪਾਸ ਕਰੀ ਹੈ ਔਰ ਮੈਂ ਇੱਕ ਕਾਲਜ ਦੇ ਵਿੱਚ ਜਾਣਾ ਹੈ, ਚਾਹੇ ਉਹ ਲੁਧਿਆਣੇ ਦਾ ਹੈ, ਚਾਹੇ ਪਟਿਆਲੇ ਦਾ, ਚਾਹੇ ਜਲੰਧਰ ਦਾ ਹੈ। ਅਗਰ ਮੈਂ ਫੋਰ ਐਗਜ਼ਾਮਪਲ ਕਰਾਂਗੀ, ਲੁਧਿਆਣੇ ਦੇ ਵਿੱਚ ਕਾਫੀ ਕਾਲਜਸ ਨੇ, ਮੈਂ 12ਵੀਂ ਪਾਸ ਕਰੀ ਹੈ, ਤੇ ਮੈਂ ਹਰ ਇੱਕ ਕਾਲਜ ਦੇ 500 ਰੁਪਏ ਦੇ ਕੇ ਪ੍ਰੋਸਪੈਕਟਰ ਲੈ ਕੇ ਆ ਸਕਦਾ। ਓਕੇ। ਬਟ ਉਹਦੀ ਐਡਮਿਸ਼ਨ ਦੇਣਾ ਉਸ ਪ੍ਰਿੰਸੀਪਲ ਦੇ ਹੱਥ ਵਿੱਚ ਹੈ ਕਿ ਉਹਨੇ ਮੈਨੂੰ ਐਡਮਿਸ਼ਨ ਦੇਣੀ ਹੈ ਮੇਰੇ ਡਾਕੂਮੈਂਟੇਸ਼ਨ ਬੇਸ ਦੇ ਉੱਤੇ ਕਿ ਮੇਰੇ ਕਿੰਨੇ ਪਰਸੈਂਟੇਜ ਹੈ, ਕਿੰਨਾ ਸਭ ਕੁਝ ਹੈ ਜੀ। ਔਰ ਇਸੇ ਤਰ੍ਹਾਂ ਵੀਜ਼ਾ ਆਪਸ਼ਨ ਹੈ। ਵੀਜ਼ਾ ਜਿਹੜਾ ਹੈਗਾ ਉਹ LMI ਅਪਰੂਵਲ ਦੇ ਬੇਸ ਦੇ ਉੱਤੇ ਦੇਣਾ, ਜੌਬ ਆਫਰ ਦੇ ਉੱਤੇ ਨਹੀਂ ਦੇਣਾ। ਲੋਕ ਇੱਥੇ ਏਜੰਟਸ ਕੀ ਕਰਦੇ ਨੇ, ਇੱਕ ਜੌਬ ਆਫਰ ਤਿਆਰ ਕਰਕੇ ਦਿਖਾ ਦਿੰਦੇ ਕਿ ਯਾਰ ਤੁਹਾਡੀ ਜੌਬ ਆਫਰ ਆ ਗਈ ਹੈ ਜੀ, ਤੇ ਹੁਣ ਅਸੀਂ ਤੁਹਾਡਾ ਕੇਸ ਲਗਾਉਣ ਲੱਗੇ ਹਾਂ ਜੀ, ਕਰਨ ਲੱਗੇ ਆ। ਉਹ ਉਹਨਾਂ ਨੂੰ ਰਿਫਿਊਜ਼ਲ ਮਿਲ ਜਾਂਦੀ ਹੈ ਉਹਦੇ ਵਿੱਚ। ਬਿਲਕੁਲ, ਹਾਂ। ਔਰ ਕਲਾਇੰਟ ਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਨਾਲ ਇਹ ਫਰਾਡ ਹੋ ਗਿਆ। ਜੀ। LMI ਦਾ ਨਾਰਮਲੀ ਜਦੋਂ LMI ਆਉਂਦੀ ਹੈ ਉਸ ਤੋਂ ਪਹਿਲਾਂ ਇੱਕ ਜੌਬ ਆਫਰ ਭੇਜੀ ਜਾਂਦੀ ਹੈ EMPLOYER ਵੱਲੋਂ। ਉਹਦੇ ਜੌਬ ਆਫਰ ਤੇ ਤੁਸੀਂ ਸਾਈਨ ਕਰਦੇ ਹੋ, ਤੁਸੀਂ ਆਪਣੇ ਡਾਕੂਮੈਂਟੇਸ਼ਨ ਭੇਜਦੇ ਹੋ, ਡਾਕੂਮੈਂਟੇਸ਼ਨ ਵੈਰੀਫਾਈ ਹੁੰਦੀ ਹੈ, ਤੁਹਾਡੀ ਡਾਕੂਮੈਂਟੇਸ਼ਨ ਦੀ ਐਜੂਕੇਸ਼ਨ ਦੀ WS ਕੀਤੀ ਜਾਂਦੀ ਹੈ, ਉਹਦੇ ਡਾਕੂਮੈਂਟੇਸ਼ਨ ਲੱਗਦੇ ਆ ਸਾਰੇ ਜੀ। ਉਸ ਤੋਂ ਬਾਅਦ EMPLOYER ਤੁਹਾਨੂੰ ਕੰਸੈਂਟ ਫਾਰਮ ਭੇਜਦਾ, ਕੰਸੈਂਟ ਫਾਰਮ ਤੁਸੀਂ ਸਾਈਨ ਕਰਕੇ ਵਾਪਸ ਭੇਜਣਾ ਹੁੰਦਾ। ਉਸ ਤੋਂ ਬਾਅਦ EMPLOYER ਤੋਂ ਬਾਅਦ ਲਾਇਰ ਭੇਜਦਾ ਤੁਹਾਨੂੰ, ਜਿਸ ਲਾਇਰ ਨੇ ਤੁਹਾਡੀ ਫਾਈਲ ਪ੍ਰੈਜ਼ੈਂਟ ਕਰਨੀ ਹੁੰਦੀ ਹੈ, ਲਾਇਰ ਦੇ ਨਾਲ ਵੀ ਤੁਹਾਡਾ ਕੰਟਰੈਕਟ ਸਾਈਨ ਹੁੰਦਾ ਹੈ। ਉਸ ਤੋਂ ਬਾਅਦ ਤੁਹਾਡੀ ਫਾਈਲ ਸਬਮਿਟ ਕੀਤੀ ਜਾਂਦੀ ਹੈ। ਫਾਈਲ ਸਬਮਿਟ ਤੋਂ ਬਾਅਦ ਬਾਇਓਮੈਟ੍ਰਿਕ ਆਉਂਦੀ ਹੈ। ਹੁਣ ਇੱਥੇ ਕਈ ਵਾਰੀ ਮੇਰੇ ਕੋਲ ਕਲਾਇੰਟਸ ਏਦਾਂ ਦੇ ਆਉਂਦੇ ਸ਼ਹਿਰੀ ਜੀ, ਉਹ ਕਹਿੰਦੇ ਆ ਕਿ ਅਸੀਂ ਜੀ ਵਰਕ ਪਰਮਿਟ ਲਈ ਕਿਸੇ ਤੋਂ ਫਾਈਲ ਲਗਵਾਈ ਸੀਗੀ, ਬਟ ਅੱਜ ਸਾਨੂੰ ਸਾਲ ਹੋ ਗਿਆ ਤੇ ਸਾਡੀ ਬਾਇਓਮੈਟ੍ਰਿਕ ਨਹੀਂ ਹੋਈ। ਓਕੇ। ਹਾਂ, ਬਿਲਕੁਲ ਇਦਾਂ ਦੇ ਕੇਸਿਸ ਵਾਕਈ ਬਹੁਤ ਜ਼ਿਆਦਾ ਸੁਣੇ ਆ। ਹਾਂ, ਕਿ ਸਾਡੀ ਫਾਈਲ ਲੱਗੀ ਨੂੰ ਸਾਲ ਹੋ ਗਿਆ, 2 ਸਾਲ ਹੋ ਗਏ, 6 ਮਹੀਨੇ ਹੋ ਗਏ, ਲੇਕਿਨ ਸਾਡੀ ਬਾਇਓਮੈਟ੍ਰਿਕ ਨਹੀਂ ਹੋਈ ਹਾਲੇ ਤੱਕ। ਬਿਲਕੁਲ। ਬਟ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਐਮਬੈਸੀ ਦੇ ਵਿੱਚ ਇੱਕ ਫਾਈਲ ਪੁੱਟ ਕੀਤੀ ਜਾਂਦੀ ਹੈ, ਜਦੋਂ ਤੁਹਾਡੀ ਐਮਬੈਸੀ ਦੇ ਵਿੱਚ ਫਾਈਲ ਲੱਗ ਜਾਂਦੀ ਹੈ, ਉਦੋਂ ਤੁਹਾਨੂੰ ਇੱਕ ਲੈਟਰ ਇਸ਼ੂ ਕਰ ਦਿੱਤੀ ਜਾਂਦੀ ਹੈ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ, ਤੇ ਉਸ ਤੋਂ ਵਿਦਿਨ 48 ਆਵਰ ਜਾਂ 72 ਆਵਰਸ ਦੇ ਵਿੱਚ ਤੁਹਾਨੂੰ ਬਾਇਓਮੈਟ੍ਰਿਕ ਦੀ ਲੈਟਰ ਰਿਸੀਵ ਹੋ ਜਾਂਦੀ ਹੈ। ਅਸੀਂ ਜਿਹੜੀਆਂ ਐਪਲੀਕੇਸ਼ਨਸ ਲਗਾਉਂਦੇ ਨੇ, ਜਿਹੜੇ ਕਲਾਇੰਟ ਸਾਡੇ ਕੋਲ LMIs ਲੈ ਕੇ ਆਏ ਨੇ, ਅਸੀਂ ਉਹਨਾਂ LMIs ਨੂੰ ਵੈਰੀਫਾਈ ਕਰਿਆ ਕਿ ਉਹ ਜੈਨੂਇਨ LMIs ਨੇ, ਅਸੀਂ ਉਹਨਾਂ ਦੇ ਕੇਸ ਫਾਈਲ ਕੀਤੇ ਆ, ਵਿਦਿਨ 3 ਡੇ ਔਰ ਮੈਕਸਿਮਮ 5 ਡੇਜ਼ ਉਹਨਾਂ ਨੂੰ ਬਾਇਓਮੈਟ੍ਰਿਕਸ ਮਿਲ ਜਾਂਦੇ ਨੇ। ਜੀ। ਸੋ ਯਾਨੀ ਕਿ ਇਹ ਸਾਰੀਆਂ ਚੀਜ਼ਾਂ ਦਾ ਜੇ ਖਿਆਲ ਰੱਖਿਆ ਜਾਏ ਤਾਂ ਧੋਖਾਧੜੀ ਤੋਂ ਬਚਿਆ ਜਾ ਸਕਦਾ, ਤੇ ਜਿਹੜੀਆਂ ਘਪਲੇ ਦੀਆਂ ਹੈਡਲਾਈਨਸ ਬਣ ਰਹੀਆਂ ਨੇ ਸੁਮਨੇ ਰੋਕੀਆਂ ਜਾ ਸਕਦੀਆਂ ਨੇ। ਬਿਲਕੁਲ ਰੋਕੀਆਂ ਜਾ ਸਕਦੀਆਂ ਸ਼ੈਰੀ ਜੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਇੱਕ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਮੈਨੂੰ IELTS ਕਰਕੇ ਹੀ ਕੈਨੇਡਾ ਮੈਂ ਜਾ ਸਕਦਾ, ਔਰ ਕੈਨੇਡਾ ਦੇ ਵਿੱਚ ਕੋਈ ਵੀ EMPLOYER ਐਸਾ ਨਹੀਂ ਹੈ ਕਿ ਜਿਹੜਾ ਤੁਹਾਡੀ ਤਨਖਾਹਾਂ ਦੇ ਵਿੱਚੋਂ ਪੈਸੇ ਕੱਟੇਗਾ ਔਰ ਬਿਨਾਂ ਪੈਸੇ ਤੋਂ ਤੁਹਾਨੂੰ ਉੱਥੇ ਬੁਲਾ ਲੇਗਾ। ਬਿਲਕੁਲ। LMI ਇੱਕ ਆਸਾਨ ਕੰਮ ਨਹੀਂ ਹੈ ਲੈਣਾ। LMI ਦਾ ਪ੍ਰੋਸੀਜਰ ਕਾਫੀ ਲੈਂਥੀ ਪ੍ਰੋਸੀਜਰ ਹੈ। 4 to 5 6 ਮੰਥਸ ਇਹਨੂੰ ਨਾਰਮਲੀ ਲੱਗ ਜਾਂਦੇ LMIs ਨੂੰ ਆਉਂਦੀਆਂ ਨੂੰ। ਬਟ ਐਟਲੀਸਟ ਬਿਨਾਂ LMI ਤੋਂ ਜਿਹੜੇ ਏਜੰਟਸ ਕਰ ਰਹੇ ਨੇ ਕਿ 2 ਮਹੀਨਿਆਂ ਦੇ ਵਿੱਚ ਅਸੀਂ ਲਗਵਾ ਦੇਵਾਂਗੇ, 1 ਮਹੀਨੇ ਦੇ ਵਿੱਚ ਅਸੀਂ ਲਗਵਾ ਦੇਵਾਂਗੇ, ਤੁਹਾਨੂੰ ਉੱਥੇ ਖਾਣਾ ਵੀ ਮਿਲੇਗਾ, ਫੂਡ ਵੀ ਮਿਲੇਗਾ, ਪੈਸੇ ਤੁਹਾਡੀ ਤਨਖਾਹ ਦੇ ਵਿੱਚੋਂ ਕੱਟੇ ਜਾਣਗੇ, ਉਹ ਬਿਲਕੁਲ ਸਰਾਸਰ ਗਲਤ ਹੈ ਜੀ। ਬਿਲਕੁਲ ਠੀਕ ਹੈ ਸੁਮਨ, ਸ਼ੁਕਰੀਆ ਬਹੁਤ-ਬਹੁਤ ਜਿਹੜਾ ਤੁਸੀਂ ਇਸ ਸੰਬੰਧੀ, ਇਸ ਘਪਲੇ ਦੇ ਸੰਬੰਧੀ ਜਿੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਕਿ ਆਈ ਥਿੰਕ ਆਮ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ। ਨੈਕਸਟ ਵੀਕ ਅਸੀਂ ਜ਼ਰੂਰ ਕਿਸੇ ਹੋਰ ਅਹਿਮ ਮੁੱਦੇ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਉਹਦੇ ਤੇ ਗੱਲਬਾਤ ਜ਼ਰੂਰ ਕਰਾਂਗੇ ਤਾਂ ਕਿ ਲੋਕ ਜਿਹੜੇ ਨੇ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਆਪਣੇ ਵਿਊਅਰਸ ਨੂੰ। ਜੀ, ਮੈਂ ਆਪਣੇ ਵਿਊਅਰਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੇ ਵਰਕ ਪਰਮਿਟ ਦੀ ਰਿਫਿਊਜ਼ਲਸ ਉਹਨਾਂ ਨੂੰ ਅੱਜ ਤੱਕ ਉਹਨਾਂ ਦੇ ਏਜੰਟਸ ਨੇ ਦਿੱਤੀਆਂ ਨੇ, ਜੋ ਵੀ ਰਿਫਿਊਜ਼ਲ ਉਹਨਾਂ ਕੋਲ ਆਈਆਂ ਨੇ ਕਿ ਮੈਨੂੰ ਵਰਕ ਪਰਮਿਟ ਦੇ ਵਿੱਚ ਰਿਫਿਊਜ਼ਲ ਮਿਲੀ ਹੈ, ਕਿ ਮੇਰਾ ਕੇਸ ਰਿਫਿਊਜ਼ ਹੋ ਗਿਆ, ਤਾਂ ਉਹਨਾਂ ਸਭ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਹਾਨੂੰ ਸੱਚਾਈ ਤੁਹਾਡੇ ਸਾਹਮਣੇ ਆ ਜਾਏਗੀ। ਤੁਸੀਂ ਆਪਣੀ ਰਿਫਿਊਜ਼ਲ ਲੈਟਰ ਨੂੰ ਸਾਂਭ ਕੇ ਰੱਖੋ ਤੇ ਕੈਨੇਡੀਅਨ ਗਵਰਨਮੈਂਟ ਦੇ ਕੋਲ ਆਪਣੀ ਕੇਪਸ ਦੀ ਡਿਮਾਂਡ ਕਰੋ। ਓਕੇ। ਕੇਪਸ ਨੋਟ ਇੱਕ ਇਹੋ ਜਿਹੀ ਚੀਜ਼ ਹੈ ਸ਼ੈਰੀ ਜੀ ਕਿ ਜਿਹਦੇ ਵਿੱਚ 100% ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਵੀਜ਼ਾ ਅਫਸਰ ਵੱਲੋਂ ਕਿ ਮੈਂ ਤੁਹਾਡਾ ਕੇਸ ਕਿਸ ਰੀਜ਼ਨ ਕਰਕੇ ਰਿਜੈਕਟ ਕੀਤਾ ਗਿਆ। ਜੀ।
ਉਹਦੇ ਵਿੱਚ ਵੀਅਰਸ ਨੂੰ ਬਿਲਕੁਲ ਕਲੀਅਰ ਕੱਟ ਹੋ ਜਾਏਗਾ ਕਿ ਮੇਰੀ ਫੇਕ ਜੌਬ ਆਫਰ ਜਾਂ ਫੇਕ LMI ਲੱਗਣ ਕਰਕੇ ਮੈਨੂੰ ਜਿਹੜਾ ਹੈਗਾ ਉਹ ਰਿਫਿਊਜ਼ਲ ਦਿੱਤੀ ਗਈ ਹੈ। ਓਕੇ। ਇੱਥੇ ਤਾਂ ਕਈ ਕਲਾਇੰਟਸ ਪੰਜਾਬ ਦੇ ਵਿੱਚ ਏਦਾਂ ਦੇ ਆ ਕਿ ਜਿਨ੍ਹਾਂ ਦੇ ਉੱਤੇ ਕਈ ਵਾਰੀ ਬੈਨ ਲੱਗ ਜਾਂਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਉੱਤੇ ਬੈਨ ਲੱਗਿਆ ਹੋਇਆ। ਬਿਲਕੁਲ ਬਿਲकुल। ਮੈਂ ਆਪਣੇ ਵਿਊਅਰਸ ਨੂੰ ਇਹ ਕਹਿਣਾ ਚਾਹੂੰਗਾ ਕਿ ਕਿਸੇ ਇੱਕ ਅੱਛੇ ਕੰਸਲਟੈਂਟ ਨੂੰ ਮਿਲੋ ਕਿ ਜਿਹੜਾ ਕਿ ਪ੍ਰੋਫੈਸ਼ਨਲ ਹੋਵੇ, ਕਿ ਇਸ ਡੀਲ ਕੰਮ ਨੂੰ ਕਰਦਾ ਹੋਵੇ। ਤੁਸੀਂ ਜਦ ਮਰਜ਼ੀ ਮੇਰੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਚੀਜ਼ ਨੂੰ ਲੈ ਕੇ। ਸਾਡੇ ਲੁਧਿਆਣਾ, ਕੋਟਪੁਰਾ ਔਰ ਮਾਲਪੁਰ ਦੇ ਵਿੱਚ ਆਫਿਸਿਸ ਨੇ ਜੀ। ਬਿਲਕੁਲ। ਕੋਈ ਹੋਰ ਚੀਜ਼ ਸੁਮਨ ਜਿਹੜੀ ਤੁਸੀਂ ਅਖੀਰ ਦੇ ਵਿੱਚ ਕਹਿਣਾ ਚਾਹੋਗੇ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜੀ ਜਿਹੜੀ ਹੈ ਜਾਣਕਾਰੀ ਹਾਸਲ ਕਰਕੇ ਐਟਲੀਸਟ ਜੋ ਲੋਕ ਧੋਖੇ ਦੇ ਵਿੱਚ ਆ ਰਹੇ ਨੇ ਜਾਂ ਆਉਣ ਬਾਰੇ ਵਿਚਾਰੇ ਸੋਚਦੇ ਨੇ ਵੀ ਚਲ ਮੈਂ LMI ਲੈ ਲਾਂ ਜਾਂ ਕੇਸ ਕਰਾ ਲਾਂ, ਐਟਲੀਸਟ ਕਿਤੇ ਹੱਦ ਤੱਕ ਤਾਂ ਜਿਹੜਾ ਉਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਨਾਲ ਹੈਲਪ ਮਿਲ ਸਕਦੀ ਹੈ। ਜਿਨ੍ਹਾਂ ਨਾਲ ਹੋ ਚੁੱਕਿਆ ਉਹਨਾਂ ਨੂੰ ਵੀ ਅੱਗੇ ਵਾਸਤੇ ਰਸਤਾ ਜਿਹੜਾ ਉਹ ਕਿਤੇ ਨਾ ਕਿਤੇ ਕਲੀਅਰ ਹੋ ਸਕਦਾ। ਸੋ ਅਖੀਰ ਦੇ ਵਿੱਚ ਸੁਮਨ ਕੀ ਸਾਰਿਆਂ ਨੂੰ ਕਹਿਣਾ ਚਾਹੋਗੇ? ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਜੀ, ਇੱਕ ਤਾਂ ਕੈਨੇਡਾ ਦੇ ਵਿੱਚ ਵਿਦਆਊਟ ਆਇਲਸ ਤੁਹਾਡੀ ਕੋਈ ਐਂਟਰੀ ਨਹੀਂ ਹੈ, ਨਾ ਉੱਥੇ ਤੁਹਾਡੀ PR ਹੋ ਸਕਦੀ ਹੈ। ਇਹ ਜਿਹੜੇ ਵੀ ਤੁਹਾਨੂੰ 2 ਲੱਖ ਜਾਂ 3 ਲੱਖ ਜਾਂ 4 ਲੱਖ ਦੇ ਵਿੱਚ ਜਾਂ 5 ਲੱਖ ਦੇ ਵਿੱਚ LMI ਦਵਾਉਣ ਦਾ ਵਿਸ਼ਵਾਸਨ ਦਿੰਦੇ ਆ, ਭਰੋਸਾ ਦਿੰਦੇ ਆ ਕਿ ਤੁਹਾਨੂੰ ਭੇਜ ਦੇਵਾਂਗੇ ਜਾਂ ਤੁਹਾਡੀ ਤਨਖਾਹ 'ਚੋਂ ਪੈਸੇ ਉੱਤੇ ਕੱਟੇ ਜਾਣਗੇ, ਤੁਸੀਂ ਸਾਨੂੰ 2 ਲੱਖ ਦੇ ਕੇ ਚਲੇ ਜਾਓ ਜਾਂ 3 ਲੱਖ ਦੇ ਕੇ ਚਲੇ ਜਾਓ ਜਾਂ ਉੱਥੇ ਜਾ ਕੇ ਕਟਾ ਦਿਓ ਜਾਂ 50,000 ਦੇ ਦਿਓ, ਇਹਨਾਂ ਸਾਰਿਆਂ ਤੋਂ ਬਚ ਕੇ ਰਹੋ ਜੀ। ਸੁਮਨ ਥੈਂਕ ਯੂ ਸੋ ਮਚ ਇਸ तमाम ਜਾਣਕਾਰੀ ਦੇ ਲਈ, ਜਿਹੜੀ ਹੈ ਉਹ ਰੋਸ਼ਨੀ ਪਾਉਣ ਲਈ, ਚਾਨਣਾ ਪਾਉਣ ਦੇ ਲਈ, ਤੇ ਬਹੁਤ ਸਾਰੀਆਂ ਜਿਹੜੀਆਂ ਇਹਦੀਆਂ ਬਰੀਕੀਆਂ ਜਿਹੜੀਆਂ ਸ਼ਾਇਦ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਸੰਬੰਧੀ ਜਿਹੜੀ ਹੈ ਵਿਸਥਾਰ ਦੇ ਨਾਲ ਗੱਲ ਕਰਨ ਦੇ ਲਈ ਥੈਂਕ ਯੂ ਸੋ ਮਚ ਜੀ। ਸੁਮਨ ਕੁਮਾਰ ਸਾਡੇ ਨਾਲ ਜੁੜੇ ਹੋਏ ਸੀ। ਥੋੜੀ ਜਿਹੀ ਜਿਹੜੀ ਹੈ ਉਹਨਾਂ ਦੀ ਉਹਦੇ 'ਚ ਸਾਨੂੰ ਸੁਣਨ ਦੇ ਵਿੱਚ ਜਿਹੜੀ ਹੈ ਆਡੀਓ ਦੇ ਵਿੱਚ ਆ ਰਹੀ ਸੀ। ਤਕਰੀਬਨ ਜਦੋਂ ਸਾਡੇ ਗੈਸਟ ਬਹੁਤ ਸਾਰੇ ਇੰਡੀਆ ਤੋਂ ਜੁੜਦੇ ਨੇ, ਪੰਜਾਬ ਤੋਂ ਜੁੜਦੇ ਨੇ, ਤਾਂ ਥੋੜਾ ਨੈਟਵਰਕ ਇਸ਼ੂ ਦਾ ਜਿਹੜਾ ਥੋੜਾ ਰਹਿੰਦਾ ਹੀ ਹੈ। ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਇਸ ਮੁੱਦੇ ਰਿਗਾਰਡਿੰਗ, ਕਿਉਂਕਿ ਜਦੋਂ ਘਪਲੇ ਹੁੰਦੇ ਨੇ, ਘਪਲਾ ਸ਼ਬਦ ਆਪਣੇ ਆਪ ਦੇ ਵਿੱਚ ਅਜਿਹਾ ਜਿਹਦੇ ਨਾਲ ਹੋ ਚੁੱਕਿਆ ਜਾਂ ਤਾਂ ਉਹ ਬੈਟਰ ਜਾਣ ਸਕਦਾ ਹੈਗਾ ਇਸ ਚੀਜ਼ ਦੇ ਜਿਹੜੇ ਕੀ ਹੈਗੇ ਨੇ, ਕੀ ਮਾਇਨੇ। ਤੇ ਹਰ ਪਲ ਜਦੋਂ ਘਪਲਾ ਸ਼ਬਦ ਸੁਣੀਦਾ ਵੀ ਸਾਡੇ ਨਾਲ ਫਰੋਡ ਹੋ ਗਿਆ, ਤਾਂ ਉਹਦਾ ਸੇਕ ਜਿਹੜਾ ਉਹ ਸਾਰੀ ਉਮਰ ਤੱਕ ਜਾਂਦਾ ਨਹੀਂ ਹੈ। ਇਸ ਲਈ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਉੱਤੇ ਐਡੇ ਕੁ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਇਹ ਘਪਲੇ ਹੋ ਰਹੇ ਨੇ, ਇਹ ਫਰਾਡ ਹੋ ਰਹੇ ਨੇ, ਜਿਨ੍ਹਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਅਵੇਅਰਨੈਸ ਦੀ ਬਹੁਤ ਲੋੜ ਹੈ, ਅਵੇਅਰਨੈਸ ਦੀ, ਤਾਂ ਕਿ ਜਿਹੜੇ ਘਪਲੇ ਸਾਡੇ ਹੋ ਰਹੇ ਨੇ, ਕਿਉਂਕਿ ਘਪਲੇ ਦੇ ਨਾਲ ਪੈਸਾ ਤਾਂ ਜਾਂਦਾ ਹੈ, ਪੈਸੇ ਦੇ ਨਾਲ ਸਾਡਾ ਸਾਰਾ ਕੇਸ ਖਰਾਬ ਹੋ ਜਾਂਦਾ ਹੈ, ਤਾਂ ਕਿ ਨੈਕਸਟ ਟਾਈਮ ਵਾਸਤੇ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਦੁਬਾਰਾ ਅਪਲਾਈ ਕਰਨਾ ਹੁੰਦਾ ਹੈ, ਦੁਬਾਰਾ ਕਦੀ ਜ਼ਿੰਦਗੀ 'ਚ ਜਾਣ ਦਾ ਫਿਰ ਸੁਪਨਾ ਦੇਖਦੇ ਹਾਂ, ਪਰ ਘਪਲੇ ਵਾਲੇ ਜਿਹੜੇ ਨੇ ਉਹ ਸਾਰੇ ਕਾਗਜ਼ੀ ਕਾਰਵਾਈ ਵੀ ਖਰਾਬ ਕਰ ਦਿੰਦੇ ਨੇ। ਸੋ ਕੋਸ਼ਿਸ਼ ਕਰੋ ਕਿ ਇਹਨਾਂ ਬਰੀਕੀਆਂ ਦੇ ਵੱਲ ਗੌਰ ਜ਼ਰੂਰ ਕਰੋ ਜਿਵੇਂ ਕਿ ਇਮੀਗ੍ਰੇਸ਼ਨ ਨੂੰ ਰਿਲੇਟਡ ਚੀਜ਼ਾਂ ਹੈਗੀਆਂ ਨੇ, ਕਿਉਂਕਿ ਜਿਵੇਂ ਕਿ ਸੁਮਨ ਇਸ ਵੇਲੇ ਦੱਸ ਰਹੇ ਸੀਗੇ ਰੰਧਾਵਾ ਕੰਸਲਟੈਂਸੀ ਨਾਲੇ ਜੁੜੇ ਹੋਏ ਨੇ, ਜਿਵੇਂ ਕਿ ਉਹ ਦੱਸ ਰਹੇ ਸੀ ਉਹ ਖੁਦ ਚਲਾ ਰਹੇ ਨੇ ਇਸ ਕੰਸਲਟੈਂਸੀ ਨੂੰ। ਸੋ ਦੱਸ ਰਹੇ ਸੀਗੇ ਕਿ ਬਹੁਤ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਹੜੇ ਕਿ ਉਹ ਫਾਈਲਾਂ ਲੈ ਕੇ ਆਉਂਦੇ ਨੇ ਜਿਨ੍ਹਾਂ ਨਾਲ ਘਪਲੇ ਹੋ ਚੁੱਕੇ ਹੁੰਦੇ ਨੇ, LMI ਦੇ ਨਾਮ ਦੇ ਉੱਤੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਫਰਾਡ ਜਿਹੜਾ ਹੋ ਚੁੱਕਿਆ ਹੁੰਦਾ ਹੈ। ਸੋ ਇਸ ਫਰਾਡ ਤੋਂ ਬਚੋ, ਇਹਦੇ ਨਾਲ ਤੁਹਾਡੀ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਖਰਾਬ ਨਾ ਹੋਵੇ। ਐਂਡ ਜਿਹੜੇ ਲੋਕਾਂ ਦੇ ਨਾਲ ਇਦਾਂ ਦਾ ਫਰਾਡ ਹੋ ਚੁੱਕਿਆ, ਜਿਨ੍ਹਾਂ ਨੂੰ ਕਿਸੇ ਵੀ ਕੰਸਲਟੈਂਟ ਨੇ ਗੱਲ ਕਹਿ ਦਿੱਤੀ ਹੈ ਕਿ ਹੁਣ ਅੱਗੇ ਤੁਹਾਡਾ ਕਦੀ ਲੱਗ ਨਹੀਂ ਸਕਦਾ ਜਾਂ ਫਿਰ ਤੁਸੀਂ ਅੱਗੇ ਕਦੀ ਅਪਲਾਈ ਨਹੀਂ ਕਰ ਸਕਦੇ, ਉਹ ਜਿਵੇਂ ਕਿ ਉਹਨਾਂ ਨੇ ਦੱਸਿਆ ਸੀ ਇੰਟਰਵਿਊ ਦੇ ਵਿੱਚ ਕਿ ਉਹ ਕਿਤੇ ਨਾ ਕਿਤੇ ਕੈਨੇਡੀਅਨ ਐਂਗਲ ਤੋਂ ਵੀ ਇਹਨਾਂ ਚੀਜ਼ਾਂ ਦੀ ਪੂਰੇ ਤਰੀਕੇ ਨਾਲ ਜਾਂਚ ਪੜਤਾਲ ਕਰਨ ਕਿ ਉਹ ਦੁਬਾਰਾ ਆਪਣਾ ਰੀਅਪਲਾਈ ਕਰ ਸਕਦੇ ਨੇ ਜਾਂ ਫਿਰ ਨਹੀਂ। ਸੋ ਇਹ ਬਾਰੀਕੀਆਂ ਸੀ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਨੂੰ ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਹੈ ਇੰਟਰਵਿਊ ਪਈ ਹੋਏਗੀ, ਜਿਨ੍ਹਾਂ ਨੇ ਇਸ ਰਿਗਾਰਡਿੰਗ ਕੋਈ ਹੋਰ ਜਾਣਕਾਰੀ ਲੈਣੀ ਹੈ ਉਹ ਲੈ ਸਕਦੇ ਨੇ, ਤੇ ਨਾਲ ਦੀ ਨਾਲ ਜਿਹੜੀ ਹੈ ਇਸ ਮੁਤਲਕ ਅਸੀਂ ਅੱਗੇ ਵੀ ਜਿਹੜੀਆਂ ਇੰਟਰਵਿਊਜ਼ ਹੈ ਕਰਦੇ ਰਹਾਂਗੇ। ਤੁਹਾਡੇ ਕੋਲ ਕੋਈ ਸਵਾਲ ਹੈ, ਪਲੀਜ਼ ਆਪਣਾ ਸਵਾਲ ਭੇਜੋ, ਤੁਸੀਂ ਫੇਸਬੁੱਕ ਤੇ ਲਿਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਮੁੱਦੇ ਦੇ ਉੱਤੇ ਵੀ ਹੈ ਜਿਹੜਾ ਅਸੀਂ ਜ਼ਰੂਰ ਇੰਟਰਵਿਊਜ਼ ਕਰ ਸਕੀਏ, ਉਸ ਮੁੱਦੇ ਦੇ ਉੱਤੇ ਵੀ ਅਸੀਂ ਜ਼ਰੂਰ ਗਹਿਰਾਈ ਦੇ ਨਾਲ ਜਿਹੜੀ ਹੈ ਜਾਂਚ ਪੜਤਾਲ ਕਰ ਸਕੀਏ। ਇਜਾਜ਼ਤ ਦਿਓ, ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।